ਹੈਲੋ ਦੋਸਤੋ, ਸਤਿ ਸ਼੍ਰੀ ਅਕਾਲ। ਵੈਲਕਮ ਟੂ ਮਾਈ ਚੈਨਲ ਲਰਨ ਟੂ ਅਰਨ। ਅੱਜ ਆਪਾਂ ਤੁਹਾਡੇ ਸਾਹਮਣੇ ਇੱਕ ਨਵੀਂ ਵੀਡੀਓ ਲੈ ਕੇ ਆਏ ਹਾਂ। ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਇਲੈਕਸ਼ਨ ਕਾਨੂੰਗੋ ਐਂਡ ਐਕਸਾਈਜ਼ ਇੰਸਪੈਕਟਰ ਦਾ 2018 ਦਾ ਕੁਐਸਚਨ ਪੇਪਰ ਡਿਸਕਸ ਕਰਾਂਗੇ। ਜਿਵੇਂ ਤੁਸੀਂ ਜਾਣਦੇ ਹੋ, ਐਕਸਾਈਜ਼ ਇੰਸਪੈਕਟਰ ਦੀਆਂ ਪੋਸਟ ਆਈਆਂ ਨੇ 2021 ਦੀਆਂ, ਤਾਂ ਉਸ ਪੇਪਰ ਦੇ ਲਈ ਤੁਹਾਡੇ ਲਈ ਇਹ 2018 ਦਾ ਕੁਐਸਚਨ ਪੇਪਰ ਸੋਲਵ ਕਰਨਾ ਹੈਲਪਫੁਲ ਹੋਵੇਗਾ। ਅੱਜ ਦੀ ਵੀਡੀਓ ਆਪਾਂ ਹੁਣ ਸ਼ੁਰੂ ਕਰਦੇ ਹਾਂ ਸਭ ਤੋਂ ਫਸਟ ਕੁਐਸਚਨ ਦੇ ਨਾਲ। ਤਾਂ ਪਹਿਲਾ ਕੁਐਸਚਨ ਹੈ ਜੀ, ਦ ਰੂਲਰ ਆਫ ਪੰਜਾਬ ਡਿਊਰਿੰਗ ਫਸਟ ਐਂਡ ਸੈਕਿੰਡ ਐਂਗਲੋ ਸਿੱਖ ਵਾਰ ਵਾਜ਼। ਪਹਿਲੇ ਅਤੇ ਦੂਸਰੇ ਐਂਗਲੋ ਸਿੱਖ ਯੁੱਧ ਦੌਰਾਨ ਪੰਜਾਬ ਦੇ ਸ਼ਾਸਕ ਸਨ ਦਲੀਪ ਸਿੰਘ। ਆਪਸ਼ਨ ਨੰਬਰ ਸੈਕਿੰਡ ਦਲੀਪ ਸਿੰਘ। ਠੀਕ ਹੈ ਜੀ। ਨੈਕਸਟ ਕੁਐਸਚਨ, ਕਾਮਾਗਾਟਾ ਵਾਰੂ ਵਾਜ਼ ਦਾ ਨੇਮ ਆਫ ਅ। ਕਾਮਾਗਾਟਾ ਮਾਰੂ ਨਾਂ ਸੀ ਇੱਕ ਸ਼ਿਪ ਦਾ, ਇੱਕ ਜਹਾਜ਼ ਦਾ। ਅਸੀਂ ਸਾਡਾ ਪੰਜਾਬ ਬੁੱਕ ਨੂੰ ਜਾਂ ਕਹਿ ਲਓ ਸਾਡਾ ਪੰਜਾਬ ਬੁੱਕ ਦੇ ਜੋ ਵੀ ਇੰਪੋਰਟੈਂਟ ਕੁਐਸਚਨ ਬਣ ਸਕਦੇ ਨੇ ਉਹ ਤੁਹਾਨੂੰ ਕਰਵਾ ਰਹੇ ਹਾਂ। ਜੇਕਰ ਤੁਸੀਂ ਉਹ ਵੀਡੀਓਜ਼ ਨਹੀਂ ਦੇਖੀਆਂ ਤਾਂ ਜ਼ਰੂਰ ਦੇਖਿਓ ਇੱਕ ਵਾਰ। ਤਾਂ ਇੱਦਾਂ ਦੇ ਜੋ ਵੀ ਸਾਰੇ ਜੀਕੇ ਪੰਜਾਬ ਦੀ ਜੀਕੇ ਦੇ ਨਾਲ ਰਿਲੇਟਡ ਜੋ ਵੀ ਕੁਐਸਚਨਸ ਆਏ ਨੇ ਇਸ ਪੇਪਰ ਦੇ ਵਿੱਚ, ਉਹ ਸਾਰੇ ਦੇ ਸਾਰੇ ਆਪਾਂ ਤੁਹਾਨੂੰ ਉਸ ਵਿੱਚ ਵੀਡੀਓਜ਼ ਦੇ ਵਿੱਚ ਕਵਰ ਕਰਵਾ ਰਹੇ ਹਾਂ। ਠੀਕ ਹੈ ਜੀ। ਤਾਂ ਉਹ ਵੀਡੀਓਜ਼ ਕਾਫੀ ਇੰਪੋਰਟੈਂਟ ਨੇ, ਤਾਂ ਜੇਕਰ ਤੁਸੀਂ ਨਹੀਂ ਦੇਖੇ ਤਾਂ ਜ਼ਰੂਰ ਦੇਖਿਓ। ਠੀਕ ਹੈ। ਨੈਕਸਟ ਕੁਐਸਚਨ ਦੇਖਦੇ ਹਾਂ। ਵਿਚ ਆਫ ਦਾ ਫੋਲੋਇੰਗ ਸੈਟਸ ਆਫ ਪ੍ਰਿੰਸਲੀ ਸਟੇਟਸ ਆਰ ਟਰਮਡ ਐਜ਼ ਫੁਲਕੀਆਂ ਸਟੇਟ। ਇਹਨਾਂ ਵਿੱਚੋਂ ਕਿਹੜੀਆਂ ਰਿਆਸਤਾਂ ਦਾ ਸਮੂਹ ਫੁਲਕੀਆਂ ਰਾਜ ਵਜੋਂ ਜਾਣਿਆ ਜਾਂਦਾ ਹੈ? ਪਟਿਆਲਾ, ਜਿੰਦ ਅਤੇ ਨਾਭਾ। ਇਸ ਤਰ੍ਹਾਂ ਦੇ ਸਾਰੇ ਪੰਜਾਬ ਦੇ ਨਾਲ ਰਿਲੇਟਡ ਜੀਕੇ ਦੇ ਕੁਐਸਚਨਸ ਉਸ ਵੀਡੀਓਜ਼ ਦੇ ਵਿੱਚ ਆਪਾਂ ਕਵਰ ਕਰਾ ਰਹੇ ਹਾਂ। ਠੀਕ ਹੈ ਜੀ। ਤਾਂ ਉਹ ਵੀਡੀਓਜ਼ ਜ਼ਰੂਰ ਦੇਖੋ ਤੁਸੀਂ। ਠੀਕ ਹੈ ਜੀ। ਨੈਕਸਟ ਕੁਐਸਚਨ ਦੇਖੀਏ, ਦਾ ਟਾਈਟਲ ਆਫ ਪੰਜਾਬ ਕੇਸਰੀ ਵਾਜ਼ ਕਨਫਰਡ ਔਨ। ਪੰਜਾਬ ਕੇਸਰੀ ਦਾ ਖਿਤਾਬ ਕਿਸ ਨੂੰ ਪ੍ਰਦਾਨ ਕੀਤਾ ਸੀ? ਲਾਲਾ ਲਾਜਪਤ ਰਾਏ ਜੀ ਨੂੰ। ਠੀਕ ਹੈ ਜੀ। ਆਪਸ਼ਨ ਨੰਬਰ ਥਰਡ ਇਜ਼ ਦਾ ਸਹੀ ਆਨਸਰ ਹੈ। ਨੈਕਸਟ ਕੁਐਸਚਨ, ਹੂ ਇਜ਼ ਨੋਨ ਐਜ਼ ਦਾ ਫਾਦਰ ਆਫ ਪੰਜਾਬੀ ਨਾਵਲ। ਪੰਜਾਬੀ ਨਾਵਲ ਦਾ ਪਿਤਾਮਾ ਕਿਸ ਨੂੰ ਕਿਹਾ ਜਾਂਦਾ ਹੈ? ਨਾਨਕ ਸਿੰਘ ਨੂੰ। ਆਪਸ਼ਨ ਨੰਬਰ ਫਸਟ ਨਾਨਕ ਸਿੰਘ ਇਜ਼ ਦਾ ਸਹੀ ਆਨਸਰ ਹੋਵੇਗਾ। ਵੈਨ ਡਿਡ ਦਾ ਬ੍ਰਿਟਿਸ਼ ਅਨੈਕਸ ਪੰਜਾਬ। ਇਹ ਕਾਫੀ ਵਾਰ ਪੁੱਛਿਆ ਗਿਆ ਸਵਾਲ, ਅੱਗੇ ਵੀ ਪੁੱਛਿਆ ਜਾ ਸਕਦਾ ਹੈ, ਤਾਂ ਇੰਪੋਰਟੈਂਟ ਸਵਾਲ ਹੈ। ਬ੍ਰਿਟਿਸ਼ ਨੇ ਪੰਜਾਬ ਨੂੰ ਕਦੋਂ ਆਪਣੇ ਵਿੱਚ ਸ਼ਾਮਿਲ ਕੀਤਾ? ਮਾਰਚ 1849 ਵਿੱਚ। ਮਾਰਚ 1849 ਵਿੱਚ, 1849 ਦੇ ਵਿੱਚ। ਨੈਕਸਟ ਕੁਐਸਚਨ, ਵਿਚ ਆਫ ਦਾ ਫੋਲੋਇੰਗ ਬੈਟਲ ਇਜ਼ ਨੋਨ ਐਜ਼ ਦ ਬੈਟਲ ਆਫ ਗਨਜ਼। ਹੇਠ ਲਿਖੀਆਂ ਲੜਾਈਆਂ ਵਿੱਚੋਂ ਕਿਹੜੀ ਲੜਾਈ ਨੂੰ ਬੰਦੂਕਾਂ ਦੀ ਲੜਾਈ ਦੇ ਨਾਮ ਵਜੋਂ ਜਾਣਿਆ ਜਾਂਦਾ ਹੈ? ਬੈਟਲ ਆਫ ਗੁਜਰਾਤ। ਇਹ ਕੁਐਸਚਨ ਵੀ ਸਾਡਾ ਪੰਜਾਬ ਦੇ ਜੋ ਕੰਟੈਂਟ ਅਸੀਂ ਕਰਵਾ ਰਹੇ ਹਾਂ ਉਸ ਦੇ ਵਿੱਚ ਕਵਰ ਹੋ ਰਿਹਾ ਹੈ। ਠੀਕ ਹੈ। ਨੈਕਸਟ ਕੁਐਸਚਨ, ਵਿਚ ਐਨੀਮਲ ਵਾਜ਼ ਵਰਸ਼ਿਪਡ ਇਨ ਦ ਕੂਕਾ ਮੂਵਮੈਂਟ। ਕੂਕਾ ਅੰਦੋਲਨ ਵਿੱਚ ਕਿਸ ਜਾਨਵਰ ਨੂੰ ਪੂਜਿਆ ਗਿਆ ਸੀ? ਕਾਓ ਨੂੰ। ਨੈਕਸਟ ਕੁਐਸਚਨ, ਹੂ ਵਾਜ਼ ਦਾ ਰਾਜ ਪ੍ਰਮੁੱਖ ਜਾਂ ਗਵਰਨਰ ਆਫ ਪੈਪਸੂ ਐਟ ਦ ਟਾਈਮ ਆਫ ਇਟਸ ਕ੍ਰੀਏਸ਼ਨ ਇਨ 1948। 1948 ਵਿੱਚ ਪੈਪਸੂ ਦੀ ਸਥਾਪਨਾ ਸਮੇਂ ਇਸ ਦਾ ਰਾਜ ਪ੍ਰਮੁੱਖ ਕੌਣ ਸੀ? ਯਾਦਵਿੰਦਰ ਸਿੰਘ ਸੀ। ਯਾਦਵਿੰਦਰ ਸਿੰਘ। ਠੀਕ ਹੈ ਜੀ। ਇਹ ਕੁਐਸਚਨ ਵੀ ਅਸੀਂ ਕਰਵਾਇਆ ਹੋਇਆ ਹੈ। ਜੇਕਰ ਤੁਸੀਂ ਉਹ ਵੀਡੀਓਜ਼ ਨਹੀਂ ਦੇਖੀਆਂ ਤਾਂ ਜ਼ਰੂਰ ਦੇਖਿਓ। ਮੈਂ ਫੋਕਸ ਕਰ ਰਿਹਾ ਹਾਂ ਉਸ ਵੀਡੀਓਜ਼ 'ਤੇ ਅਤੇ ਉਸ ਵੀਡੀਓਜ਼ ਦੇ ਵਿੱਚੋਂ ਹੀ ਪੰਜਾਬ ਦੀ ਜੀਕੇ ਦੇ ਕੁਐਸਚਨਸ ਆ ਰਹੇ ਨੇ। ਠੀਕ ਹੈ। ਤਾਂ ਜ਼ਰੂਰ ਦੇਖਿਓ ਵੀਡੀਓਜ਼। ਨੈਕਸਟ ਕੁਐਸਚਨ, ਸੰਗੋਲ ਐਸੋਸੀਏਟਿਡ ਵਿਦ ਦ ਇੰਡਸ ਵੈਲੀ ਸਿਵਲਾਈਜੇਸ਼ਨ ਇਜ਼ ਇਨ ਦ ਡਿਸਟ੍ਰਿਕਟ ਆਫ। ਸਿੰਧ ਘਾਟੀ ਸੱਭਿਅਤਾ ਨਾਲ ਸੰਬੰਧਿਤ ਸੰਗੋਲ ਕਿਸ ਜ਼ਿਲ੍ਹੇ ਵਿੱਚ ਹੈ? ਫਤਿਹਗੜ੍ਹ ਸਾਹਿਬ ਵਿੱਚ। ਫਤਿਹਗੜ੍ਹ ਸਾਹਿਬ ਵਿੱਚ। ਵਿਚ ਆਫ ਦਾ ਫੋਲੋਇੰਗ ਓਰਨਾਮੈਂਟ ਇਜ਼ ਨਾਟ ਵੋਰਨ ਬਾਈ ਵੂਮਨ ਆਫ ਪੰਜਾਬ ਔਨ ਫੋਰਹੈਡ। ਪੰਜਾਬ ਮੁਟਿਆਰ ਇਹਨਾਂ ਵਿੱਚੋਂ ਕਿਹੜਾ ਗਹਿਣਾ ਮੱਥੇ ਉੱਤੇ ਨਹੀਂ ਸਜਾਉਂਦੀ? ਮੌਲੀ। ਆਪਸ਼ਨ ਨੰਬਰ ਸੀ ਮੌਲੀ ਦਾ ਸਹੀ ਜਵਾਬ ਹੈ। ਨੈਕਸਟ ਕੁਐਸਚਨ, ਵਿਚ ਆਫ ਦਾ ਫੋਲੋਇੰਗ ਇਜ਼ ਨਾਟ ਅ ਫੋਕ ਸੌਂਗ ਆਫ ਪੰਜਾਬ। ਇਹਨਾਂ ਵਿੱਚੋਂ ਕਿਹੜਾ ਲੋਕ ਗੀਤ ਪੰਜਾਬ ਨਾਲ ਸੰਬੰਧਿਤ ਨਹੀਂ ਹੈ? ਲੁੱਡੀ। ਲੁੱਡੀ ਇੱਕ ਫੋਕ ਡਾਂਸ ਆ ਪੰਜਾਬ ਦਾ, ਨਾ ਕਿ ਫੋਕ ਸੌਂਗ ਹੈ। ਨੈਕਸਟ ਕੁਐਸਚਨ, ਗੁੱਗਾ ਨੌਮੀ ਫੇਅਰ। ਗੁੱਗਾ ਨੌਮੀ ਦਾ ਮੇਲਾ ਕਿਹੜੇ ਮਹੀਨੇ ਲੱਗਦਾ ਹੈ? ਭਾਦੋ ਦੇ ਮਹੀਨੇ ਲੱਗਦਾ ਹੈ। ਰੋਜ਼ਾ ਸ਼ਰੀਫ ਉਰਸ ਇਜ਼ ਸੈਲੀਬ੍ਰੇਟਿਡ ਐਟ ਵਿਚ ਆਫ ਦਾ ਫੋਲੋਇੰਗ ਪਲੇਸਿਸ। ਰੋਜ਼ਾ ਸ਼ਰੀਫ ਉਰਸ ਇਹਨਾਂ ਵਿੱਚੋਂ ਕਿਸ ਥਾਂ ਉੱਤੇ ਮਨਾਇਆ ਜਾਂਦਾ ਹੈ? ਸਰਹੰਦ ਉੱਤੇ ਮਨਾਇਆ ਜਾਂਦਾ ਹੈ। ਕਿੱਥੇ ਮਨਾਇਆ ਜਾਂਦਾ ਹੈ? ਸਰਹੰਦ 'ਤੇ। ਵੇਅਰ ਇਜ਼ ਦਾ ਗਾਦਰੀ ਬਾਬਿਆਂ ਦਾ ਮੇਲਾ ਹੈਲਡ। ਗਾਦਰੀ ਬਾਬਿਆਂ ਦਾ ਮੇਲਾ ਕਿੱਥੇ ਲੱਗਦਾ ਹੈ? ਜਲੰਧਰ ਵਿਖੇ ਲੱਗਦਾ ਹੈ।
ਇੰਪੋਰਟੈਂਟ ਹੈ ਇਹ ਸਵਾਲ, ਅੱਗੇ ਵੀ ਪੁੱਛਿਆ ਜਾ ਸਕਦਾ ਹੈ। ਨੈਕਸਟ ਕੁਐਸਚਨ, ਵਟ ਇਜ਼ ਸਟਾਪੂ? ਸਟਾਪੂ ਕੀ ਹੈ? ਇਹ ਇੱਕ ਚਿਲਡਰਨਸ ਗੇਮ ਹੈ, ਬੱਚਿਆਂ ਦੀ ਗੇਮ ਹੈ ਇੱਕ। ਨੈਕਸਟ ਕੁਐਸਚਨ, ਵੇਅਰ ਇਜ਼ ਦ ਬਿਗੇਸਟ ਆਰਟ ਗੈਲਰੀ ਆਫ ਪੰਜਾਬ ਲੋਕੇਟਡ? ਪੰਜਾਬ ਦੀ ਸਭ ਤੋਂ ਵੱਡੀ ਆਰਟ ਗੈਲਰੀ ਕਿੱਥੇ ਹੈ? ਪਟਿਆਲਾ ਵਿਖੇ। ਇਹ ਵੀ ਇੰਪੋਰਟੈਂਟ ਕੁਐਸਚਨ ਹੈ, ਕਈ ਵਾਰ ਪੁੱਛਿਆ ਗਿਆ, ਰਿਪੀਟ ਹੋਇਆ ਹੈ, ਅੱਗੇ ਵੀ ਹੋ ਸਕਦਾ ਹੈ, ਯਾਦ ਰੱਖਣਾ ਹੈ। ਵਿਚ ਮਿਊਜ਼ੀਕਲ ਇੰਸਟਰੂਮੈਂਟ ਇਜ਼ ਯੂਜ਼ਡ ਬਾਏ ਢਾਡੀਜ਼? ਢਾਡੀਆਂ ਵੱਲੋਂ ਵਰਤਿਆ ਜਾਣ ਵਾਲਾ ਉਹ ਕਿਹੜਾ ਸੰਗੀਤਕ ਸਾਜ਼ ਹੈ? ਹੂ ਸਿੰਗ ਟ੍ਰੈਡੀਸ਼ਨਲ ਬੈਲਡਸ ਆਫ ਬਰੇਵ ਵਾਰੀਅਰਸ ਐਂਡ ਹੀਰੋਜ਼ ਡਰਾਨ ਫਰੋਮ ਸਿੱਖ ਹਿਸਟਰੀ? ਢਾਡੀਆਂ ਵੱਲੋਂ ਵਰਤਿਆ ਜਾਣ ਵਾਲਾ ਉਹ ਕਿਹੜਾ ਸੰਗੀਤਕ ਸਾਜ਼ ਹੈ ਜਿਸ ਨੂੰ ਉਹ ਸਿੱਖ ਇਤਿਹਾਸ ਵਿੱਚ ਮਿਲਦੇ ਬਹਾਦਰ ਯੋਧਿਆਂ ਅਤੇ ਨਾਇਕਾਂ ਦਾ ਰਵਾਇਤੀ ਜਸ ਗਾਇਨ ਕਰਨ ਸਮੇਂ ਵਰਤਦੇ ਸਨ? ਢਾਡ, ਕੀ ਕਹਿੰਦੇ ਉਸ ਨੂੰ? ਢਾਡ। ਵਿਚ ਆਫ ਦਾ ਫੋਲੋਇੰਗ ਪੇਅਰਸ ਇਜ਼ ਨਾਟ ਕਰੈਕਟ? ਇਹਨਾਂ ਵਿੱਚੋਂ ਕਿਹੜਾ ਸਮੂਹ ਨਹੀਂ ਸਹੀ ਨਹੀਂ ਹੈ? ਦੇਖੋ ਜੀ, ਰਾਮ ਤੀਰਥ ਹੈ ਜੋ ਕਿ ਉਹ ਅੰਮ੍ਰਿਤਸਰ ਵਿਖੇ ਹੈ, ਸੋਡਲ ਮੰਦਰ ਜਲੰਧਰ ਵਿਖੇ ਹੈ, ਪੰਚ ਮੰਦਰ ਕਪੂਰਥਲਾ ਵਿਖੇ ਹੈ, ਪਰ ਹਨੂੰਮਾਨ ਮੰਦਰ ਕੋਈ ਇੱਕ ਸਪੈਸੀਫਿਕ ਤਾਂ ਦੱਸਿਆ ਨਹੀਂ ਹੋਇਆ, ਤਾਂ ਇਹ ਲੁਧਿਆਣਾ ਵਿਖੇ, ਕਈ ਹੋਰ ਸ਼ਹਿਰਾਂ ਵਿੱਚ ਵੀ ਹੋ ਸਕਦਾ ਹੈ ਹਨੂੰਮਾਨ ਮੰਦਰ, ਤਾਂ ਇਹ ਸਪੈਸੀਫਿਕ ਨਹੀਂ ਦੱਸਿਆ, ਤਾਂ ਇਹ ਇਸ ਦਾ ਸਹੀ ਆਨਸਰ ਹੋ ਜਾਏਗਾ ਆਪਸ਼ਨ ਨੰਬਰ ਸੀ, ਹਨੂੰਮਾਨ ਮੰਦਰ ਲੁਧਿਆਣਾ। ਆਰਸੀ ਇਜ਼ ਐਨ ornament of which part of body? ਆਰਸੀ ਸਰੀਰ ਦੇ ਕਿਸ ਅੰਗ ਦਾ ਗਹਿਣਾ ਹੈ? ਹੈਂਡ, ਹੱਥ ਦਾ। ਵਿਚ ਵਾਜ਼ ਦਾ ਫਸਟ ਨਿਊਜ਼ਪੇਪਰ ਟੂ ਬੀ ਪਬਲਿਸ਼ਡ ਇਨ ਇੰਡੀਆ? ਭਾਰਤ ਵਿੱਚ ਸਭ ਤੋਂ ਪਹਿਲਾਂ ਪ੍ਰਕਾਸ਼ਿਤ ਹੋਣ ਵਾਲਾ ਸਮਾਚਾਰ ਪੱਤਰ ਕਿਹੜਾ ਹੈ? ਬੰਗਾਲ ਗੈਜ਼ਟ। ਕਿਹੜਾ ਹੈ? ਬੰਗਾਲ ਗੈਜ਼ਟ। ਦ ਇੰਸਟਰੂਮੈਂਟ ਯੂਜ਼ਡ ਫॉर ਰਿਕਾਰਡਿੰਗ ਅਰਥਕੁਏਕ ਵੇਵਜ਼? ਭੂਚਾਲ ਲਹਿਰਾਂ ਨੂੰ ਰਿਕਾਰਡ ਕਰਨ ਲਈ ਵਰਤਿਆ ਜਾਣ ਵਾਲਾ ਯੰਤਰ ਸਿਸਮੋਗ੍ਰਾਫ। ਕਿਹੜਾ ਹੈ? ਸਿਸਮੋਗ੍ਰਾਫ। ਲਕਸ਼ਦੀਪ ਇਜ਼ ਅ ਗਰੁੱਪ ਆਫ ਹਾਊ ਮੈਨੀ ਆਈਲੈਂਡਸ? ਲਕਸ਼ਦੀਪ ਕਿੰਨੇ ਟਾਪੂਆਂ ਦਾ ਸਮੂਹ ਹੈ? 36 ਟਾਪੂਆਂ ਦਾ। ਕਿੰਨੇ? 36, 36। ਸੈਪਰੇਸ਼ਨ ਆਫ ਦ ਜੁਡੀਸ਼ਰੀ ਫਰੋਮ ਦ ਐਗਜ਼ੀਕਿਊਟਿਵ ਇਜ਼ ਇੰਜੋਇਨਡ ਬਾਏ? ਸੁਤੰਤਰ ਕਾਰਜਕਾਰੀ ਤੋਂ ਨਿਆਂਪਾਲਿਕਾ ਨੂੰ ਅਲੱਗ ਕਰਨ ਦਾ ਹੁਕਮ ਕਿਸ ਵਿੱਚ ਕੀਤਾ ਗਿਆ ਹੈ? ਡਾਇਰੈਕਟਿਵ ਪ੍ਰਿੰਸੀਪਲ ਆਫ ਸਟੇਟ ਪਾਲਿਸੀ, DPSP ਦੇ ਵਿੱਚ ਕੀਤਾ ਗਿਆ ਹੈ। ਠੀਕ ਹੈ ਜੀ। ਨੈਕਸਟ ਕੁਐਸਚਨ, ਵਿਚ ਆਫ ਦ ਫੋਲੋਇੰਗ ਕੇਸਿਸ ਕੈਨੋਟ ਬੀ ਫਾਈਲਡ ਡਾਇਰੈਕਟਲੀ ਇਨ ਦ ਸੁਪਰੀਮ ਕੋਰਟ? ਹੇਠ ਲਿਖਿਆਂ ਵਿੱਚੋਂ ਕਿਹੜਾ ਕੇਸ ਸੁਪਰੀਮ ਕੋਰਟ ਵਿੱਚ ਸਿੱਧੇ ਤੌਰ ਉੱਤੇ ਫਾਈਲ ਨਹੀਂ ਕੀਤਾ ਜਾ ਸਕਦਾ? ਦੇਖੋ, ਇੱਕ ਸੈਕਿੰਡ, ਹਾਂਜੀ, ਜੇਕਰ ਡਿਸਪਿਊਟ ਹੁੰਦਾ ਹੈ 2 ਜਾਂ ਮੋਰ ਸਟੇਟਸ ਦੇ ਵਿੱਚ, 2 ਜਾਂ 2 ਤੋਂ ਵੱਧ ਸਟੇਟਸ ਦੇ ਵਿੱਚ ਡਿਸਪਿਊਟ ਹੁੰਦਾ ਹੈ, ਤਾਂ ਉਸ ਦਾ ਕੇਸ ਸਿੱਧਾ ਸੁਪਰੀਮ ਕੋਰਟ ਦੇ ਵਿੱਚ ਫਾਈਲ ਕੀਤਾ ਜਾ ਸਕਦਾ ਹੈ। ਜੇਕਰ ਕੇਸ ਹੁੰਦਾ ਹੈ ਫੰਡਾਮੈਂਟਲ ਰਾਈਟਸ ਦੇ ਰਿਲੇਟਿਡ, ਜੇਕਰ ਕਿਸੇ ਦੇ ਫੰਡਾਮੈਂਟਲ ਰਾਈਟਸ ਵਾਇਲੇਟ ਹੁੰਦੇ ਨੇ ਤਾਂ ਉਸ ਦੇ ਲਈ ਉਹ ਸਿੱਧਾ ਸੁਪਰੀਮ ਕੋਰਟ ਦੇ ਵਿੱਚ ਕੇਸ ਫਾਈਲ ਕਰ ਸਕਦਾ ਹੈ। ਲੇਕਿਨ ਜੇਕਰ ਕਿਸੇ ਦੀ ਪ੍ਰੋਪਰਟੀ ਫੋਰਸਫੁਲੀ ਆਕੂਪਾਈਡ ਕਰ ਲਿੱਤੀ ਜਾਂਦੀ ਹੈ ਕਿਸੇ ਦੁਆਰਾ, ਤਾਂ ਉਸ ਦੇ ਰਿਲੇਟਿਡ ਸਿੱਧਾ ਕੇਸ ਫਾਈਲ ਸੁਪਰੀਮ ਕੋਰਟ ਦੇ ਵਿੱਚ ਨਹੀਂ ਹੋ ਸਕਦਾ। ਠੀਕ ਹੈ ਜੀ, ਤਾਂ ਇਸ ਦਾ ਸਹੀ ਆਨਸਰ ਹੋ ਜਾਏਗਾ ਆਪਸ਼ਨ ਨੰਬਰ ਸੀ, ਇਫ ਵਨਸ ਪ੍ਰੋਪਰਟੀ ਇਜ਼ ਫੋਰਸਫੁਲੀ ਆਕੂਪਾਈਡ ਬਾਈ ਦ ਅਦਰ। ਨੈਕਸਟ ਕੁਐਸਚਨ, ਅ ਸ਼ਡਿਊਲ ਬੈਂਕ ਇਜ਼ ਵਨ ਵਿਚ ਇਜ਼ ਇਨਕਲੂਡਡ ਇਨ ਦਾ? ਅਨੁਸੂਚਿਤ ਬੈਂਕ ਉਹ ਹੈ ਜਿਹੜਾ ਹੇਠ ਲਿਖਿਆਂ ਵਿੱਚ ਸ਼ਾਮਿਲ ਹੈ, ਜਿਹੜਾ ਸੈਕੰਡ ਸ਼ਡਿਊਲ ਆਫ ਰਿਜ਼ਰਵ ਬੈਂਕ ਆਫ ਇੰਡੀਆ ਐਕਟ ਦੇ ਵਿੱਚ ਸ਼ਾਮਿਲ ਹੈ। ਅ ਸ਼ਡਿਊਲ ਬੈਂਕ ਇਜ਼ ਵਨ ਵਿਚ is included in the second schedule of RBI Act. Next question, who is the originator of green revolution in India? ਭਾਰਤ ਵਿੱਚ ਹਰੇ ਇਨਕਲਾਬ ਦੀ ਸ਼ੁਰੂਆਤ ਕਿਸ ਨੇ ਕੀਤੀ? MS ਸਵਾਮੀਨਾਥਨ ਨੇ। ਤੇ ਪੰਜਾਬ ਦੇ ਵਿੱਚ ਕਿਹਨਾਂ ਨੇ ਕੀਤੀ ਸੀ ਉਹ ਤੁਸੀਂ ਕਮੈਂਟ ਕਰਕੇ ਦੱਸਣਾ ਹੈ ਮੈਨੂੰ। ਅ ਜੀਓ ਸਟੇਸ਼ਨਰੀ ਸੈਟਲਾਈਟ, ਇੱਕ ਜੀਓ ਸਟੇਸ਼ਨਰੀ ਉਪਗ੍ਰਹਿ is a stationary in the space? option number D is the ਸਹੀ ਜਵਾਬ ਹੈ। dialysis is used for people with defective kidneys? dialysis ਦੀ ਵਰਤੋਂ ਖਰਾਬ ਗੁਰਦਿਆਂ ਨਾਲ ਪੀੜਤ ਲੋਕਾਂ ਲਈ ਕੀਤੀ ਜਾਂਦੀ ਹੈ। it involves the process of, ਇਸ ਵਿੱਚ ਹੇਠ ਲਿਖੀ ਪ੍ਰਕਿਰਿਆ ਸ਼ਾਮਿਲ ਹੈ, ਇਸ ਵਿੱਚ osmosis ਪ੍ਰੋਸੈਸ ਸ਼ਾਮਿਲ ਹੈ। ਕਿਹੜਾ? osmosis। next question, which one of the following day is observed as the world environment day? ਹੇਠ ਲਿਖਿਆਂ ਵਿੱਚੋਂ ਕਿਹੜੇ ਦਿਨ ਵਿਸ਼ਵ ਵਾਤਾਵਰਣ ਦਿਵਸ ਵਜੋਂ ਮਨਾਇਆ ਜਾਂਦਾ ਹੈ? ਕਿਹੜਾ ਦਿਨ? 5 ਜੂਨ, 5th of ਜੂਨ ਨੂੰ ਆਪਾਂ ਵਰਲਡ ਇਨਵਾਇਰਮੈਂਟ ਡੇ ਮਨਾਉਂਦੇ ਹਾਂ। ਨੈਕਸਟ ਕੁਐਸਚਨ,
ਸਵਾਮੀ ਵਿਵੇਕਾਨੰਦ's ਬਰਥਡੇ ਇਜ਼ observed in India as ਭਾਰਤ ਵਿੱਚ ਸਵਾਮੀ ਵਿਵੇਕਾਨੰਦ ਦਾ ਜਨਮ ਦਿਨ ਮਨਾਇਆ ਜਾਂਦਾ ਹੈ ਐਜ਼ ਅ ਨੈਸ਼ਨਲ ਯੂਥ ਡੇ। ਨੈਸ਼ਨਲ ਯੂਥ ਡੇ। The audible frequency range of human ear is 20 hertz to 20,000 hertz। ऑप्शन नंबर डी इज ਦਾ ਸਹੀ ਜਵਾਬ ਹੈ। 2 ਇੱਥੇ 2 ਆਵੇਗਾ। ਟੂ ਸਮੋਲੈਸਟ ਕੰਟੀਨੈਂਟ ਆਫ ਦਾ ਵਰਲਡ ਆਰ। ਵਿਸ਼ਵ ਦੇ ਦੋ ਸਭ ਤੋਂ ਛੋਟੇ ਮਹਾਦੀਪ ਹਨ ਆਸਟ੍ਰੇਲੀਆ ਅਤੇ ਯੂਰਪ। ਵਰਲਡ ਦੇ ਕਿੰਨੇ ਟੋਟਲ ਕੰਟੀਨੈਂਟਸ ਕਿੰਨੇ ਨੇ ਉਹ ਤੁਸੀਂ ਕਮੈਂਟ ਕਰਕੇ ਦੱਸਣਾ ਅਤੇ ਉਹਨਾਂ ਦੇ ਨਾਂ ਕਿਹੜੇ ਕਿਹੜੇ ਨੇ। ਠੀਕ ਹੈ ਜੀ। ਅਗਲਾ ਸਵਾਲ ਐਮਨੈਸਟੀ ਇੰਟਰਨੈਸ਼ਨਲ ਇਜ਼ ਅ। ਐਮਨੈਸਟੀ ਇੰਟਰਨੈਸ਼ਨਲ ਹੈ ਇੱਕ ਹਿਊਮਨ ਰਾਈਟਸ ਗਰੁੱਪ। ਕੀ ਹੈ? ਹਿਊਮਨ ਰਾਈਟਸ ਗਰੁੱਪ ਹੈ। ਹੂ ਇਨਵੈਂਟਡ ਬਲੈਕ ਬਾਕਸ ਫਲਾਈਟ ਰਿਕਾਰਡਰ। ਬਲੈਕ ਬਾਕਸ ਫਲਾਈਟ ਰਿਕਾਰਡਰ ਦੀ ਖੋਜ ਕਿਸ ਨੇ ਕੀਤੀ? ਡੇਵਿਡ ਵਾਰਨ ਨੇ। ਡੇਵਿਡ ਵਾਰਨ ਨੇ। ਅਗਲਾ ਸਵਾਲ ਰੀਸੈਂਟਲੀ ਵਿਚ ਕੰਟਰੀਜ਼ ਪ੍ਰੈਜ਼ੀਡੈਂਟ। ਇਹ 2018 ਦਾ ਕੁਐਸਚਨ ਪੇਪਰ ਹੈ ਤਾਂ ਉਸ ਸਮੇਂ ਇਹ ਕੁਐਸਚਨ ਪੁੱਛਿਆ ਗਿਆ ਸੀ। ਰੀਸੈਂਟਲੀ ਵਿਚ ਕੰਟਰੀਜ਼ ਪ੍ਰੈਜ਼ੀਡੈਂਟ ਹੈਜ਼ ਕਨਫਰਡ ਗ੍ਰੈਂਡ ਕਾਲਰ ਆਫ ਦਾ ਸਟੇਟ ਹਾਈਐਸਟ ਅਵਾਰਡ ਔਨ PM ਨਰਿੰਦਰ ਮੋਦੀ। ਹਾਲ ਹੀ ਵਿੱਚ ਕਿਹੜੇ ਦੇਸ਼ ਦੇ ਰਾਸ਼ਟਰਪਤੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਰਾਜ ਦੇ ਗ੍ਰੈਂਡ ਕਾਲਰ ਨਾਲ ਸਨਮਾਨਿਤ ਕੀਤਾ ਸੀ? ਪੈਲਸਤੀਨ ਨੇ। ਅਤੇ ਇਹਨਾਂ ਚਾਰਾਂ ਕੰਟਰੀਆਂ ਦੀ ਤੁਸੀਂ ਰਾਜਧਾਨੀ ਦੱਸਣੀ ਹੈ ਕਮੈਂਟ ਕਰਕੇ। ਠੀਕ ਹੈ ਜੀ। ਨੈਕਸਟ ਕੁਐਸਚਨ ਅਕੋਰਡਿੰਗ ਟੂ ਦਾ ਲੇਟੈਸਟ ਵਰਲਡ ਵੈਲਥ ਰਿਪੋਰਟ। ਜੋ ਵੀ ਨਵੀਆਂ ਰਿਪੋਰਟਸ ਆਉਂਦੀਆਂ ਨੇ ਲੇਟੈਸਟ ਉਹ ਆਪਾਂ ਦੇਖਣੀਆਂ ਜ਼ਰੂਰ ਹੈ। ਕੁਐਸਚਨ ਜ਼ਰੂਰ ਬਣਦਾ ਇੱਕ ਜਾਂ ਦੋ ਕੁਐਸਚਨ ਜ਼ਰੂਰ ਬਣਦਾ ਹੈ ਹਰੇਕ ਪੇਪਰ ਦੇ ਵਿੱਚ। ਤਾਂ ਇਸ ਦੇਖੋ ਕੁਐਸਚਨ ਕੀ ਹੈ। ਵਰਲਡ ਵੈਲਥ ਰਿਪੋਰਟ ਦੇ ਅਕੋਰਡਿੰਗ ਇੰਡੀਆਜ਼ ਰੈਂਕਿੰਗ ਇਨ ਦ ਲਿਸਟ ਆਫ ਵੈਲਥੀਐਸਟ ਕੰਟਰੀ ਇਨ 2017। 2017 ਦੀ ਤਾਜ਼ਾ ਵਿਸ਼ਵ ਸੰਪਤੀ ਰਿਪੋਰਟ ਅਨੁਸਾਰ ਸਭ ਤੋਂ ਅਮੀਰ ਦੇਸ਼ਾਂ ਦੀ ਸੂਚੀ ਵਿੱਚ ਭਾਰਤ ਦਾ ਦਰਜਾ ਹੈ 6ਵਾਂ। ਤਾਂ 2017 ਦੀ ਰਿਪੋਰਟ ਦੇ ਅਨੁਸਾਰ ਸੀ 6ਵਾਂ ਦੇ। ਵਿਚ ਐਕਟਰ ਪਲੇਡ ਦਾ ਰੋਲ ਆਫ ਰਾਣੀ ਪਦਮਾਵਤੀ ਇਨ ਦਾ ਫਿਲਮ ਪਦਮਾਵਤ। ਇਹ ਤਾਂ ਜ਼ਰੂਰ ਆਉਂਦਾ ਹੋਵੇਗਾ ਸਾਰਿਆਂ ਨੂੰ। ਫਿਲਮ ਪਦਮਾਵਤ ਵਿੱਚ ਕਿਸ ਅਭਿਨੇਤਰੀ ਨੇ ਰਾਣੀ ਪਦਮਾਵਤੀ ਦੀ ਭੂਮਿਕਾ ਨਿਭਾਈ ਸੀ? ਦੀਪਿਕਾ ਪਾਦੂਕੋਣ ਨੇ। ਦਾ ਆਈਕੋਨਿਕ ਟੀਨ ਮੂਰਤੀ ਚੌਂਕ ਇਨ ਨਿਊ ਦਿੱਲੀ ਹੈਜ਼ ਬੀਨ ਰੀਨੇਮਡ ਐਜ਼। ਨਵੀਂ ਦਿੱਲੀ ਵਿੱਚ ਆਈਕਾਨਿਕ ਟੀਨ ਮੂਰਤੀ ਚੌਂਕ ਦਾ ਨਾਮ ਬਦਲ ਕੇ ਰੱਖਿਆ ਗਿਆ ਸੀ ਟੀਨ ਮੂਰਤੀ ਹੈਫਾ ਚੌਂਕ। ਇਹ ਸਵਾਲ ਕਰੰਟ ਅਫੇਅਰਸ ਦੇ ਨਾਲ ਰਿਲੇਟਿਡ ਹੁੰਦੇ ਨੇ। ਜੇ ਤੁਸੀਂ ਕਰੰਟ ਅਫੇਅਰਸ ਪੜ੍ਹਦੇ ਹੋ ਤਾਂ ਤੁਹਾਨੂੰ ਇਹ ਸਵਾਲ ਸੌਖੇ ਲੱਗਣਗੇ। ਹੂ ਹੈਜ਼ ਬੀਨ ਔਨਰਡ ਵਿਦ ਦ 2018 ਸਾਹਿਤਯ ਅਕੈਡਮੀ ਭਾਸ਼ਾ ਸਨਮਾਨ ਅਵਾਰਡ। ਸਾਹਿਤਯ ਅਕੈਡਮੀ ਅਵਾਰਡਸ ਸਾਰੇ ਦੇ ਸਾਰੇ ਇੰਪੋਰਟੈਂਟ ਹੁੰਦੇ ਨੇ। ਇੱਕ ਜਾਂ ਦੋ ਸਵਾਲ ਹਰ ਕੁਐਸਚਨ ਹਰ ਪੇਪਰ ਦੇ ਵਿੱਚ ਬਣਦਾ ਹੀ ਇਹ। ਠੀਕ ਹੈ ਜੀ। ਹੇਠ ਲਿਖਿਆਂ ਵਿੱਚੋਂ ਕਿਸ ਨੂੰ 2018 ਦਾ ਸਾਹਿਤਯ ਅਕਾਦਮੀ ਭਾਸ਼ਾ ਸਨਮਾਨ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ? ਸ਼ੇਸ਼ ਆਨੰਦ ਮਧੂਕਰ। ਇਹ ਵੀ ਕਰੰਟ ਅਫੇਅਰਸ ਨਾਲ ਰਿਲੇਟਿਡ ਕੁਐਸਚਨ ਹੈ। ਠੀਕ ਹੈ ਜੀ। ਜੇਕਰ ਤੁਸੀਂ ਪੜ੍ਹ ਰਹੇ ਹੋ ਤਾਂ ਇਹ ਸੌਖੇ ਲੱਗੂਗੇ ਤੁਹਾਨੂੰ। ਇਹ ਕਰੰਟਲੀ ਵਿੱਚ ਅਮੰਗ ਦਾ ਫੋਲੋਇੰਗ ਇੰਡੀਅਨ ਸਿਟੀਜ਼ ਫਿਗਰ ਇਨ ਟੌਪ 5 ਯੂਨਾਈਟਿਡ ਨੇਸ਼ਨ ਕਲੀਨ ਸਿਟੀ ਲਿਸਟ। ਸੰਯੁਕਤ ਰਾਸ਼ਟਰ ਦੀ 5 ਸਭ ਤੋਂ ਵੱਧ ਸਾਫ਼ ਸੁਥਰੇ ਸ਼ਹਿਰਾਂ ਦੀ ਸੂਚੀ ਵਿੱਚ ਕਿਹੜਾ ਭਾਰਤੀ ਸ਼ਹਿਰ ਹੁਣੇ ਸ਼ਾਮਿਲ ਹੋਇਆ ਹੈ? ਆਲਾਪੂਜ਼ਾ। ਦਾ ਟ੍ਰੇਨ ਥਾਰ ਲਿੰਕ ਐਕਸਪ੍ਰੈਸ ਰਨਜ਼ ਬਿਟਵੀਨ। ਥਾਰ ਲਿੰਕ ਐਕਸਪ੍ਰੈਸ ਰੇਲ ਕਿਹੜੇ ਸ਼ਹਿਰਾਂ ਵਿਚਕਾਰ ਚੱਲਦੀ ਹੈ? ਜੋਧਪੁਰ ਐਂਡ ਕਰਾਚੀ ਦੇ ਵਿਚਕਾਰ। ਨੈਕਸਟ ਕੁਐਸਚਨ ਵਿਚ ਸਟੇਟ ਗਵਰਨਮੈਂਟ ਹੈਜ਼ ਲਾਂਚਡ ਦਸਤਕ ਕੈਂਪੇਨ ਟੂ ਇਰੈਡੀਕੇਟ ਡੈਡਲੀ acute encephalitis syndrome AES and Japanese encephalitis JE disease leading to death of small children। ਉੱਤਰ ਪ੍ਰਦੇਸ਼। ਇਹ ਵੀ ਕਰੰਟ ਅਫੇਅਰਸ ਦੇ ਰਿਲੇਟਿਡ ਕੁਐਸਚਨ ਹੈ। ਮੀ ਟੂ ਕੈਂਪੇਨ ਪਿੱਛੇ ਜੇ ਕਾਫੀ ਚੱਲਿਆ ਸੀ। ਇਹ ਤੁਹਾਨੂੰ ਜੇ ਪਤਾ ਹੋਵੇ ਤਾਂ ਕਾਹਦੇ ਲਈ ਇਹ ਹੁੰਦਾ ਹੈ? ਮੀ ਟੂ ਕੈਂਪੇਨ ਇਜ਼ ਲਿੰਕਡ ਵਿਦ ਹੈਲਪ stop the widespread prevalence of sexual assault and harassment against women especially in workplace। ठीक है जी। next question who has won the men's singles title in the Australian Open 2018। ਇਹ ਰਿਲੇਟਿਡ ਹੈ ਜੀ ਸਪੋਰਟਸ ਦੇ ਰਿਲੇਟਿਡ ਵੀ ਇੱਕ ਜਾਂ ਦੋ ਸਵਾਲ ਆਉਂਦੇ ਨੇ ਤਾਂ ਇਹ ਵੀ ਆਪਾਂ ਦੇਖਣੀਆਂ ਨੇ। 2018 ਦੇ ਆਸਟ੍ਰੇਲੀਆ ਓਪਨ ਦੇ ਪੁਰਸ਼ ਸਿੰਗਲ ਦਾ ਖਿਤਾਬ ਕਿਸ ਨੇ ਜਿੱਤਿਆ ਸੀ? ਰੋਜਰ
ਫੈਡਰਰ, ਰੋਜਰ ਫੈਡਰਰ ਨੇ। ਤਾਂ ਇਹ ਸੀ 45 ਸਵਾਲ ਜੀਕੇ ਦੇ ਰਿਲੇਟਡ। ਹੁਣ ਅੱਗੇ ਸ਼ੁਰੂ ਹੋ ਰਹੇ ਆ ਮੈਥ ਤੇ ਰੀਜ਼ਨਿੰਗ ਦੇ ਰਿਲੇਟਡ, ਠੀਕ ਹੈ ਜੀ। ਤਾਂ 46ਵਾਂ ਸਵਾਲ ਦੇਖੋ ਮੈਥ ਦੇ ਰਿਲੇਟਡ। ਦ ਸੈਲਰੀ ਆਫ ਐਨ ਇੰਪਲਾਈ ਆਫ ਏ ਕੰਪਨੀ ਇਨਕਰੀਜ਼ਡ ਐਵਰੀ ਮੰਥ ਬਾਏ 4%। ਕੀ ਕਹਿ ਰਿਹਾ ਕੁਐਸਚਨ ਦੇ ਵਿੱਚ, ਇੱਕ ਇੰਪਲਾਈ ਦੀ ਸੈਲਰੀ ਹਰੇਕ ਮਹੀਨੇ 4% ਵੱਧਦੀ ਹੈ। ਜੇਕਰ ਉਸ ਦੀ ਸੈਲਰੀ ਅਗਸਤ ਦੇ ਵਿੱਚ 6300 ਹੈ ਤਾਂ ਉਸ ਦੀ ਸੈਲਰੀ ਅਕਤੂਬਰ ਦੇ ਮਹੀਨੇ ਕਿੰਨੀ ਹੋਵੇਗੀ ਸੇਮ ਈਅਰ ਦੇ ਵਿੱਚ। ਤਾਂ ਇਸ ਨੂੰ ਦੇਖੋ ਕਿਵੇਂ ਸੋਲਵ ਕਰਨਾ ਆਪਾਂ। ਗਿਵਨ ਕੀ ਹੈ, ਸੈਲਰੀ ਅਗਸਤ ਦੇ ਵਿੱਚ 6300, ਅਕਤੂਬਰ ਦੇ ਮਹੀਨੇ ਦੀ ਸੈਲਰੀ ਆਪਾਂ ਕੱਢਣੀ ਹੈ ਅਤੇ 4% ਹਮੇਸ਼ਾ ਵੱਧਦੀ ਹੈ। ਆਪਾਂ 6300 ਦਾ 4% ਕੱਢਿਆ ਜੋ ਕਿ ਹੁੰਦਾ ਹੈ 252। 6300 ਦੇ ਵਿੱਚ 252 ਐਡ ਕੀਤਾ ਤਾਂ ਆਪਣੇ ਕੋਲ ਕੀ ਆ ਗਿਆ 6552। ਉਸ ਤੋਂ ਬਾਅਦ 6552 ਦਾ ਆਪਾਂ 4% ਕੱਢਿਆ ਤਾਂ ਉਹ ਆ ਗਿਆ ਜੀ ਆਪਣੇ ਕੋਲ 262.08। 262.08 ਨੂੰ ਜਦੋਂ ਆਪਾਂ 6552 'ਚ ਐਡ ਕੀਤਾ ਤਾਂ ਉਹ ਆਪਣੇ ਕੋਲ ਆ ਗਿਆ ਜੀ 6814.08 ਜੋ ਕਿ ਅਪਰੋਕਸੀਮੇਟ 6814 ਦੇ ਹੋਵੇਗਾ, ਠੀਕ ਹੈ। ਤਾਂ ਆਪਸ਼ਨ ਨੰਬਰ ਸੀ ਇਸ ਦਾ ਸਹੀ ਹੋ ਜਾਵੇਗਾ। ਇਹਨਾਂ ਨੇ ਅਪਰੋਕਸੀਮੇਟ ਵੈਲਿਊ ਹੀ ਪੁੱਛੀ ਹੈ, ਨਾ ਕਿ ਆਪਾਂ ਨੂੰ ਐਗਜ਼ੈਕਟ ਵੈਲਿਊ। ਤਾਂ ਆਪਣਾ ਸਹੀ ਆਨਸਰ ਹੈ 6814। ਨੈਕਸਟ ਕੁਐਸਚਨ ਦੇਖੀਏ। ਨੈਕਸਟ ਹੈ ਜੀ, ਅ ਮਰਚੈਂਟ ਹੈਜ਼ 1000 kg ਆਫ ਸ਼ੂਗਰ। ਇੱਕ ਮਰਚੈਂਟ ਕੋਲ 1000 kg ਸ਼ੂਗਰ ਹੈ ਅਤੇ ਉਸਦੇ ਵਿੱਚੋਂ ਉਸਨੇ ਕੁਝ ਹਿੱਸਾ ਸੈੱਲ ਕੀਤਾ 8% ਪ੍ਰੋਫਿਟ ਦੇ ਨਾਲ ਅਤੇ ਬਾਕੀ ਹਿੱਸਾ ਉਸਨੇ ਸੈੱਲ ਕੀਤਾ 18% ਪ੍ਰੋਫਿਟ ਦੇ ਨਾਲ ਅਤੇ ਟੋਟਲ ਹਿੱਸੇ 'ਤੇ ਉਸਨੂੰ 14% ਦਾ ਪ੍ਰੋਫਿਟ ਹੋਇਆ ਸੀ। ਤਾਂ ਆਪਾਂ ਦੱਸਣਾ ਹੈ ਕਿ ਜੋ ਕੁਆਂਟਿਟੀ ਸੋਲਡ ਕੀਤੀ, ਕਿੰਨੀ ਕੁਆਂਟਿਟੀ ਸੋਲਡ ਕੀਤੀ ਉਹਨੇ 18% ਪ੍ਰੋਫਿਟ ਦੇ ਨਾਲ। ਦੇਖੋ ਜੀ, ਸਭ ਤੋਂ ਪਹਿਲਾਂ 8% ਪ੍ਰੋਫਿਟ ਇੱਕ ਸਾਈਡ 'ਤੇ ਲਿਖਿਆ, 18% ਪ੍ਰੋਫਿਟ ਆਪਾਂ ਦੂਸਰੀ ਸਾਈਡ 'ਤੇ ਲਿਖਿਆ। ਜੋ ਨੈੱਟ ਪ੍ਰੋਫਿਟ ਹੁੰਦਾ, ਟੋਟਲ ਪ੍ਰੋਫਿਟ, ਉਹ ਆਪਾਂ ਗੱਬੇ ਲਿਖਦੇ ਹੁੰਦੇ ਹਾਂ 14%। 14 ਚੋਂ 8 ਕੱਟੇ ਦਾ ਆਪਣੇ ਕੋਲ ਆ ਗਿਆ 6, 18 ਤੋਂ 14 ਕੱਟੇ ਦਾ ਆਪਣੇ ਕੋਲ ਆ ਗਿਆ 4। ਇਸ ਦਾ ਆਪਾਂ ਰੇਸ਼ੀਓ ਕੱਢ ਲਿਆ ਜੋ ਕਿ ਆ ਗਿਆ ਆਪਣੇ ਕੋਲ 2:3। ਠੀਕ ਹੈ ਜੀ, 2:3 ਜੋ ਆਇਆ ਉਹ ਆਪਣੇ ਕੋਲ ਕੁਆਂਟਿਟੀ ਆਈ ਹੈ। ਤਾਂ 2:3 ਨੂੰ ਆਪਾਂ ਜਦੋਂ ਪਲੱਸ ਕੀਤਾ 2 + 3 5, 5 ਬਰਾਬਰ ਜੋ ਕਿ ਆਪਣੇ ਕੋਲ ਗਿਵਨ ਕੁਆਂਟਿਟੀ ਹੈ ਉਹਦੇ ਬਰਾਬਰ ਹੋਵੇਗਾ। 5 ਬਰਾਬਰ 1000 kg। ਇੱਥੋਂ ਆਪਾਂ 1 ਦੀ ਵੈਲਿਊ ਕੱਢ ਲਈ, 200 ਹੋ ਗਿਆ। ਆਪਾਂ ਕੱਢਣੀ ਸੀਗੀ 3 ਦੀ ਵੈਲਿਊ, ਮਤਲਬ 18% ਦੇ ਪ੍ਰੋਫਿਟ ਦੇ ਨਾਲ ਕਿੰਨੀ ਕੁਆਂਟਿਟੀ ਹੈ ਜੋ ਕਿ ਹੈ 3 ਦੀ ਵੈਲਿਊ ਆਪਾਂ ਇੱਥੋਂ ਕੱਢ ਲਈ 600। ਤਾਂ ਆਪਣਾ ਸਹੀ ਜਵਾਬ ਹੋ ਜਾਵੇਗਾ 600 kg। ਠੀਕ ਹੈ ਜੀ, ਕਾਫੀ ਆਸਾਨ ਤਰੀਕਾ ਇਹ ਅਤੇ ਬਹੁਤ ਹੀ ਥੋੜ੍ਹੇ ਟਾਈਮ ਦੇ ਵਿੱਚ ਆਪਾਂ ਇਹ ਸੋਲਵ ਕਰ ਸਕਦੇ ਹਾਂ। ਨੈਕਸਟ ਕੁਐਸਚਨ, ਅ ਸੈਲਰ ਮਾਰਕਸ ਹਿਜ਼ ਗੁਡਸ 30% ਅਬਵ ਦੇਅਰ ਕੋਸਟ ਪ੍ਰਾਈਸ। ਮੰਨ ਲਓ ਕਿ ਕੋਸਟ ਪ੍ਰਾਈਸ CP, ਕੋਸਟ ਪ੍ਰਾਈਸ ਕਹਿ ਸਕਦੇ ਹਾਂ ਜਿਸ ਪ੍ਰਾਈਸ 'ਤੇ ਆਪਾਂ ਖਰੀਦ ਕੇ ਲੈ ਕੇ ਆਏ ਹਾਂ ਉਹ ਚੀਜ਼, ਠੀਕ ਹੈ। ਲੈਟ ਕਰ ਲਈ ਆਪਾਂ ਕੋਸਟ ਪ੍ਰਾਈਸ 100। ਤਾਂ ਇਹਨਾਂ ਨੇ ਕੁਐਸਚਨ ਦੇ ਵਿੱਚ ਕਿਹਾ ਹੋਇਆ ਹੈ ਕਿ ਜੋ ਉਹ MRP ਰੱਖਦਾ ਹੈ ਸੈਲਰ, ਉਹ 30% ਅਬਵ ਵਧਾ ਕੇ ਰੱਖਦਾ ਹੈ ਕੋਸਟ ਪ੍ਰਾਈਸ ਤੋਂ। ਜੇ ਆਪਾਂ 30% ਆਫ CP, 30% 100 ਦਾ ਕੱਢੀਏ ਤਾਂ ਕਿੰਨਾ ਆਵੇਗਾ 30, ਅਤੇ MRP ਕਿੰਨੀ ਹੋ ਜਾਵੇਗੀ 130। ਉਸ ਤੋਂ ਬਾਅਦ ਕੁਐਸਚਨ ਦੇ ਵਿੱਚ ਕੀ ਕਹਿੰਦਾ ਹੈ, ਉਸ ਤੋਂ ਬਾਅਦ ਉਹ 15% ਡਿਸਕਾਊਂਟ ਦਿੰਦਾ ਹੈ। 15% ਡਿਸਕਾਊਂਟ ਕਾਹਦੇ 'ਤੇ ਦਿੰਦੇ ਹੁੰਦੇ ਆਪਾਂ MRP 'ਤੇ। 15% ਆਫ 130 ਕੱਢੇ ਤਾਂ ਉਹ ਆਪਣੇ ਕੋਲ ਆ ਗਿਆ 19.5। ਕਿੰਨਾ ਗਿਆ 19.5। 130 ਤੋਂ ਆਪਾਂ 19.5 ਨੂੰ ਮਾਈਨਸ ਕਰਾਂਗੇ ਤਾਂ ਆਪਣੇ ਕੋਲ ਆ ਜਾਏਗਾ 110.5। 110.5 ਕੀ ਹੋਵੇਗਾ SP ਹੋਵੇਗਾ। ਕੁਐਸਚਨ ਦੇ ਵਿੱਚ ਆਪਾਂ ਨੂੰ ਐਂਡ 'ਤੇ ਪੁੱਛਿਆ ਇਹਨਾਂ ਨੇ ਕਿ ਇਜ਼ ਪਰਸੈਂਟੇਜ ਆਫ ਪ੍ਰੋਫਿਟ ਪਰਸੈਂਟੇਜ ਆਪਾਂ ਕਿਵੇਂ ਕੱਢਦੇ ਹਾਂ, SP ਮਾਈਨਸ CP ਤੋਂ ਆਪਣੇ ਕੋਲ ਆਵੇਗਾ ਪ੍ਰੋਫਿਟ ਪਰਸੈਂਟ ਕੱਢਣ ਦੇ ਲਈ ਆਪਾਂ ਆਹ ਫਾਰਮੂਲਾ ਕੱਢ ਸਕਦੇ ਹਾਂ ਅਤੇ 10.5 ਇਸ ਦਾ ਸਹੀ ਜਵਾਬ ਹੋ ਜਾਵੇਗਾ। ਠੀਕ ਹੈ ਜੀ, ਕਾਫੀ ਆਸਾਨ ਸੀ ਇਹ ਕੁਐਸਚਨ। ਨੈਕਸਟ ਦੇਖਦੇ ਹਾਂ, ਅਮਾਊਂਟ ਹੈ ਜੀ 3 ਸਾਲ ਦੀ 944 ਰੁਪਏ, 5 ਸਾਲ ਦੀ 1040 ਰੁਪਏ। ਅਤੇ ਇਹਨਾਂ ਨੇ ਕਿਹਾ ਕਿ ਸੇਮ ਸਿੰਪਲ ਇੰਟਰਸਟ ਅਤੇ ਪ੍ਰਿੰਸੀਪਲ ਆਪਾਂ ਫਾਈਂਡ ਕਰਨਾ। 3 ਸਾਲ ਦੀ 944, 5 ਸਾਲ ਦੀ ਅਮਾਊਂਟ ਹੈ 1040 ਅਤੇ 2 ਸਾਲ ਦੀ ਅਮਾਊਂਟ ਕਿੰਨੀ ਹੋ ਜਾਵੇਗੀ, ਇਹਨਾਂ ਦੋਨਾਂ ਨੂੰ ਮਾਈਨਸ ਕੀਤਾ ਤਾਂ 96। 2 ਸਾਲ ਦੀ ਅਮਾਊਂਟ 96 ਹੈ। 1 ਸਾਲ ਦਾ ਸਿੰਪਲ ਇੰਟਰਸਟ ਕਿੰਨਾ ਹੋ ਜਾਵੇਗਾ 48 ਹੋ ਜਾਵੇਗਾ। 3 ਸਾਲ ਦਾ ਸਿੰਪਲ ਇੰਟਰਸਟ 48 ਨੂੰ 3 ਨਾਲ ਮਲਟੀਪਲਾਈ ਕੀਤਾ ਤਾਂ 144 ਹੋ ਜਾਵੇਗਾ। 3 ਸਾਲ ਦਾ ਅਮਾਊਂਟ 944, 3 ਸਾਲ ਦਾ ਸਿੰਪਲ ਇੰਟਰਸਟ 144, ਤਾਂ ਦੋਨਾਂ ਨੂੰ ਮਾਈਨਸ ਕਰਾਂਗੇ ਤਾਂ ਆਪਣੇ ਕੋਲ ਆ ਜਾਏਗਾ ਪ੍ਰਿੰਸੀਪਲ ਜੋ ਕਿ ਹੋ ਜਾਏਗਾ 800। ਆਪਸ਼ਨ ਨੰਬਰ B ਇਸ ਦਾ ਸਹੀ ਜਵਾਬ ਹੋ ਜਾਵੇਗਾ। ਨੈਕਸਟ ਕੁਐਸਚਨ, ਕੈਟ ਟੇਕ 5 ਲੀਵਸ ਫॉर ਐਵਰੀ 4 ਲੀਵਸ ਆਫ ਅ ਡੌਗ। ਜੇ ਡੌਗ 4 ਲੀਵਸ ਲੈਂਦਾ ਤਾਂ ਕੈਟ ਲੈਂਦੀ ਹੈ 5 ਲੀਵਸ। ਠੀਕ ਹੈ ਜੀ, ਇੱਕ ਪਾਸੇ ਕੈਟ ਇੱਕ ਪਾਸੇ ਡੌਗ।
कैट 5 ਤਾਂ डॉग 4 बट 3 लीव्स ऑफ द डॉग इक्वल टू 4 लीव्स ऑफ द कैट। इन्होंने आप क्रॉस मल्टीप्लाई किया तो अपने को 15:16 सही जवाब आ जाएगा। ऑप्शन नंबर डी इज़ द सही जवाब है। नेक्स्ट क्वेश्चन, द रेशियो बिटवीन द प्रेजेंट एज ऑफ इंदू एंड गुरप्रीत इज़ 3:8। प्रेजेंट एज है 3:8 इंदू ਤੇ ਗੁਰਪ੍ਰੀਤ ਦੀ, ਆਪਾਂ ਲਿਖ ਲਈ 3x ਤੇ 8x। ਇਸ ਤੋਂ ਬਾਅਦ ਇਹਨਾਂ ਨੇ ਕਿਹਾ ਆ ਕਿ 8 ਈਅਰਸ ਬਾਅਦ 8 ਸਾਲ ਬਾਅਦ ਇੰਦੂ ਦੀ ਏਜ 20 ਸਾਲ ਦੀ ਹੋ ਜਾਂਦੀ ਹੈ। 3x + 8 ਇਜ਼ ਇਕੁਅਲਸ ਟੂ 20 ਕਰਤਾ ਆਪਾਂ। ਇੱਥੋਂ x ਦੀ ਵੈਲਿਊ ਕੱਢ ਲਈ ਆਪਾਂ 4, ਇੱਥੇ ਆਪਾਂ x ਦੀ ਵੈਲਿਊ 4 ਪੁੱਟ ਕੀਤੀ ਤਾਂ ਆਪਣੇ ਕੋਲ ਆ ਗਿਆ 32। 32 ਚੋਂ ਆਪਾਂ ਨੂੰ ਕਿਹਾ ਹੋਇਆ ਹੈ ਕੁਐਸਚਨ ਦੇ ਵਿੱਚ ਕਿ 5 ਸਾਲ ਪਹਿਲਾਂ 32 ਸਾਲ ਤੋਂ ਪ੍ਰੈਜੈਂਟ ਈਅਰ ਤੋਂ 5 ਸਾਲ ਪਹਿਲਾਂ ਗੁਰਪ੍ਰੀਤ ਦੀ ਏਜ ਕਿੰਨੀ ਹੋਵੇਗੀ? 27 ਹੋ ਜਾਵੇਗੀ। ਠੀਕ ਹੈ ਜੀ, बी ऑप्शन इज़ द सही जवाब हो जाएगा 27 साल। नेक्स्ट क्वेश्चन, हाँ जी, मैन वुमेन एंड चिल्ड्रन आर एम्प्लॉयड टू डू वर्क इन द प्रपोर्शन 3:2:1। आप मान लिया 3x 2x ਤੇ 1x ਤੇ ਉਹਨਾਂ ਦੀ ਵੇਜਿਸ ਦੀ ਰੇਸ਼ੀਓ 5:2:2। ਆਪਾਂ ਮੰਨ ਲਈ 5 ਰੁਪਏ 2 ਰੁਪਏ ਤੇ 2 ਰੁਪਏ। ਇਸ ਤੋਂ ਬਾਅਦ ਇਹਨਾਂ ਨੇ 90 ਮੈਨ ਇੰਪਲੋਇਡ ਕੀਤੇ ਆ। ਆਪਾਂ 3x ਨੂੰ ਬਰਾਬਰ ਕਰਤਾ 90 ਦੇ, ਇੱਥੋਂ x ਦੀ ਵੈਲਿਊ 30 ਨਿਕਲ ਆਈ। ਇੱਥੇ ਆਪਾਂ ਪੁੱਟ ਕੀਤੀ ਤਾਂ ਆਪਣੇ ਕੋਲ 90 ਆ ਗਈ, 60 ਆ ਗਈ ਅਤੇ 30 ਆ ਗਈ। ਠੀਕ ਹੈ, ਇਸ ਤੋਂ ਬਾਅਦ ਆਪਾਂ 90 ਨੂੰ ਆਪਾਂ 5 ਰੁਪੀਜ਼ ਨਾਲ ਮਲਟੀਪਲਾਈ ਕੀਤਾ ਤਾਂ ਆਪਣੇ ਕੋਲ ਗਿਆ 450 ਰੁਪੀਜ਼। 60 ਨੂੰ ਆਪਾਂ 2 ਰੁਪੀਜ਼ ਨਾਲ ਮਲਟੀਪਲਾਈ ਕੀਤਾ 120 ਰੁਪਏ। 30 ਨੂੰ ਆਪਾਂ 2 ਰੁਪੀਜ਼ ਨਾਲ ਮਲਟੀਪਲਾਈ ਕੀਤਾ ਤਾਂ 60 ਰੁਪਏ ਆ ਗਿਆ। ਇਹਨਾਂ ਤਿੰਨਾਂ ਦਾ ਪਲੱਸ ਕਰਕੇ ਆਪਣੇ ਕੋਲ ਟੋਟਲ 10,350 ਆਪਣੇ ਕੋਲ ਦਿੱਤਾ ਹੋਇਆ ਹੈ। 630 ਰੁਪਏ ਇਜ਼ ਇਕੁਅਲ ਟੂ 10,350 ਤੋਂ 1 ਰੁਪਏ ਦੀ ਵੈਲਿਊ ਨਿਕਲੀ ਆਈ 15 ਰੁਪਏ। ਇਸ ਤੋਂ ਬਾਅਦ ਇਹਨਾਂ ਨੇ ਇੱਕ ਮੈਨ ਦੀ ਵੇਜ ਪੁੱਛਿਆ ਨੇ ਤਾਂ ਉਹ ਆਪਾਂ 15 × 5 ਨਾਲ ਮਲਟੀਪਲਾਈ ਕਰਕੇ 75 ਆਂਸਰ ਸਹੀ ਕੱਢ ਸਕਦੇ ਹਾਂ। ਆਪਸ਼ਨ ਨੰਬਰ ਡੀ ਇਜ਼ ਦਾ ਸਹੀ ਜਵਾਬ ਹੈ। ਨੈਕਸਟ ਕੁਐਸਚਨ, ਅ ਮੈਨ ਡਿਸਾਈਡਿਡ ਟੂ ਟਰੈਵਲ 80 ਕਿਲੋਮੀਟਰ ਇਨ 8 ਆਵਰਸ ਤਾਂ ਇਸ ਦੀ ਸਪੀਡ ਕਿੰਨੀ ਹੋ ਜਾਵੇਗੀ? 10 ਕਿਲੋਮੀਟਰ ਪਰ ਆਰ। 80 ਡਿਵਾਈਡ ਬਾਈ 8 10 ਕਿਲੋਮੀਟਰ ਪਰ ਆਰ ਇਸਦੀ ਸਪੀਡ ਹੋ ਜਾਵੇਗੀ ਟੋਟਲ। ਤਾਂ ਅੱਗੇ ਕੁਐਸਚਨ ਦੇ ਵਿੱਚ ਕਿਹਾ ਹੈ, ਪਾਰਸ਼ਲੀ ਬਾਏ ਫੁੱਟ ਐਂਡ ਪਾਰਸ਼ਲੀ ਔਨ ਅ ਬਾਈਸਾਈਕਲ ਇਫ ਹਿਜ਼ ਸਪੀਡ ਔਨ ਫੁੱਟ ਇਜ਼ 8 ਕਿਲੋਮੀਟਰ ਪਰ ਆਰ ਅਤੇ ਬਾਈਸਾਈਕਲ ਦੇ ਨਾਲ ਇਸ ਦੀ ਸਪੀਡ ਹੈ 16 ਕਿਲੋਮੀਟਰ ਪਰ ਆਰ ਅਤੇ ਨੈਟ ਸਪੀਡ ਸੀ ਆਪਾਂ ਗੱਭੇ ਰੱਖਣੀ ਹੈ ਉਹ 10 ਕਿਲੋਮੀਟਰ ਪਰ ਆਰ। 10 ਚੋਂ 8 ਕੱਟੇ 2, 16 ਚੋਂ 10 ਕੱਟੇ 6, ਰੇਸ਼ੀਓ ਕੱਢੀ ਆਪਾਂ 3:1। 3:1 ਜੋ 3:1 ਹੈ ਉਹ ਆਪਣੇ ਕੋਲ ਆਇਆ ਕਿਲੋਮੀਟਰ, ਮਤਲਬ ਡਿਸਟੈਂਸ। 3 + 1 4 4 ਇਜ਼ ਇਕੁਅਲਸ ਟੂ 80 ਕਿਲੋਮੀਟਰ ਟੋਟਲ। 1 ਦੀ 1 ਕਿਲੋਮੀਟਰ 1 ਰੇਸ਼ੀਓ ਦੀ ਵੈਲਿਊ ਕੱਢੀ ਆਪਾਂ 20 ਕਿਲੋਮੀਟਰ। 3 ਰੇਸ਼ੀਓ ਦੀ ਵੈਲਿਊ ਉਹਨਾਂ ਨੇ ਪੁੱਛੀ ਹੋਈ ਹੈ ਤਾਂ 60 ਕਿਲੋਮੀਟਰ ਆਪਣਾ ਸਹੀ ਜਵਾਬ ਹੋ ਜਾਵੇਗਾ। ਨੈਕਸਟ ਕੁਐਸਚਨ, ਵਿਦਾਊਟ ਸਟੋਪੇਜਿਸ ਸਪੀਡ ਹੈਗੀ ਆ ਟ੍ਰੇਨ ਦੀ 150, ਵਿਦ ਸਟੋਪੇਜਿਸ 100 ਕਿਲੋਮੀਟਰ ਪਰ ਆਰ ਸਪੀਡ ਆ ਤਾਂ ਹਾਊ ਮੈਨੀ ਮਿੰਟਸ ਡਜ਼ ਦਾ ਟ੍ਰੇਨ ਸਟੋਪ, ਕਿੰਨੇ ਮਿੰਟ ਟ੍ਰੇਨ ਰੁਕਦੀ ਹੈ। ਇਸ ਦਾ ਇੱਕ ਫਾਰਮੂਲਾ ਹੈ, ਉਸ ਦੇ ਨਾਲ ਆਪਾਂ ਆਸਾਨੀ ਦੇ ਨਾਲ ਕੱਢ ਸਕਦੇ ਹਾਂ। ਫਾਰਮੂਲਾ ਦੇਖੋ ਕੀ ਹੈ, ਸਟੋਪੇਜ ਟਾਈਮ ਕੱਢਣ ਦਾ ਕਿ ਕਿੰਨੇ ਮਿੰਟ ਟ੍ਰੇਨ ਰੁਕਦੀ ਹੈ ਉਸ ਨੂੰ ਕੱਢਣ ਦਾ ਫਾਰਮੂਲਾ ਹੈ ਸਪੀਡ ਆਫ ਸਟੋਪੇਜਿਸ ਐਕਸਕਲੂਡ ਮਤਲਬ ਕਿ ਸਟੋਪੇਜਿਸ ਨੂੰ ਵਿਦਾਊਟ ਸਟੋਪੇਜਿਸ ਤਾਂ ਸਪੀਡ ਕਿੰਨੀ ਹੈ ਉਹ ਇੱਥੇ ਲਿਖੀ ਜਾਵੇਗੀ 150 ਮਾਈਨਸ ਸਟੋਪੇਜਿਸ ਦੇ ਨਾਲ 100 ਕਿਲੋਮੀਟਰ ਹੈ ਉਹ ਇੱਥੇ ਲਿਖੀ ਜਾਵੇਗੀ ਡਿਵਾਈਡ ਬਾਏ 150 ਤਾਂ ਆਪਣੇ ਕੋਲ ਆ ਗਿਆ 1/3। 1/3 ਆਪਣੇ ਕੋਲ ਆਰਸ ਆ ਗਏ ਆ ਤਾਂ ਆਪਾਂ ਕੱਢਣਾ ਮਿੰਟਸ ਦੇ ਵਿੱਚ। 60 ਨਾਲ ਆਪਾਂ ਮਲਟੀਪਲਾਈ ਕੀਤਾ ਤਾਂ ਆਪਣੇ ਕੋਲ ਆਨਸਰ ਸਹੀ ਆ ਜਾਏਗਾ 20 ਮਿੰਟ। ਆਪਸ਼ਨ ਨੰਬਰ ਏ ਇਸ ਦਾ ਸਹੀ ਜਵਾਬ ਹੈ। ਨੈਕਸਟ ਰੀਜ਼ਨਿੰਗ ਦਾ ਕੁਐਸਚਨ ਹੈ, ਇਸ ਦਾ ਇੱਕ ਕੋਈ ਰਿਲੇਸ਼ਨ ਹੈ ਇਸ ਦੇ ਨਾਲ, ਉਸੇ ਰਿਲੇਸ਼ਨ ਦੇ ਨਾਲ ਆਪਾਂ ਇੱਥੇ ਕੀ ਆਵੇਗਾ ਉਹ ਫਾਈਂਡ ਕਰਨਾ ਹੈ। ਦੇਖੋ ਜੀ ਆਹ ਬਿੰਦੀ ਇੱਧਰ ਹੈ, ਉਹੀ ਬਿੰਦੀ ਆਪਾਂ ਰਾਈਟ ਦੇ ਨਾਲ ਰਾਈਟ ਟਰਨ ਕਰਕੇ ਇਸ ਨੂੰ ਇੱਥੇ ਲੈ ਆਉਂਦਾ ਤਾਂ ਆਹ ਬਿੰਦੀ ਇੱਥੇ ਤਾਂ ਰਾਈਟ ਟਰਨ ਦੇ ਨਾਲ ਇੱਥੇ ਆ ਜਾਵੇਗੀ। ਠੀਕ ਹੈ ਜੀ, ਆਹ ਆਪਸ਼ਨ ਗਲਤ, ਆਹ ਆਪਸ਼ਨ ਗਲਤ, ਆਹ ਦੋਨੇ ਬਚੇ ਆਪਣੇ ਕੋਲ, ਆਹ ਦੋਨੇ ਬਚੇ ਆਪਣੇ ਕੋਲ। ਉਸ ਤੋਂ ਬਾਅਦ ਇਸ ਦੇ ਵਿੱਚ ਦੇਖੋ ਜੀ 5 ਲਾਈਨਸ ਨੇ, ਗਾਂ ਇਸ ਦੇ ਕੋਲ 4 ਲਾਈਨਸ ਹੋ ਗਈਆਂ ਤਾਂ ਇਸ ਦੇ ਕੋਲ 3 ਹੈ ਤਾਂ ਅੱਗੇ ਇਸ ਦੇ ਕੋਲ 2 ਰਹਿ ਜਾਵੇਗੀਆਂ ਤਾਂ ਆਹੀ ਆਪਣਾ ਸਹੀ ਜਵਾਬ ਹੈ। ਆਪਸ਼ਨ ਨੰਬਰ ਬੀ ਇਸ ਦਾ ਸਹੀ ਜਵਾਬ ਹੋਵੇਗਾ।
नेक्स्ट फाइंड द ऑड वर्ड फ्रॉम द गिवन ऑल्टरनेटिव्स। ऑड वर्ड, ਵੱਖਰਾ वर्ड। परचेज का मतलब खरीदना, सेल का मतलब बेचना, बार्टर का मतलब भी यही होंगे कि खरीदना या बेचना, लेकिन कार्टर वर्ड एक ਵੱਖਰਾ वर्ड है, तो ये अपना सही आ जाएगा आंसर। नैक्सट फाइंड आउट द नंबर ऑफ पीपल हू डू नॉट प्ले एनी गेम। कोई भी नहीं खेडी गेम जिन्होंने, इन्हों के 40 टोटल ने, 25 क्रिकेट खेडते हैं, 22 टैनिस खेडते हैं, तो 16 दोनों ही गेमां खेडते हैं। तो इधर हिसाब किद्दां कट्टने ने, देखो 25 + 22 कितना हो जाएगा 47, 47 चों आप 16 कड्डे तो कितना हो जाएगा 31, 40 चों आप माइनस किए 31 तो 9 ऑप्शन को सही जवाब हो जाएगा। 9 इधर दे पीपल ने जो कोई भी गेम नहीं खेडते। नैक्सट क्वेश्चन है अपने को सीरीज़ कंप्लीट करनी है, आप 1000, 100, 150, 1115, 1045, 940 तो अगे की आएगा। देखो जी डिफरेंस इन्हों का पहले देखो 1000, 150 तो 1115 का डिफरेंस है 35, उस तो अगे डिफरेंस है 70 का, उस तो अगे डिफरेंस है 105 का। ये सीरीज़ बन रही है कि 35 दूने 70, 35 दी 105 तो अगे 35 चौका होंगे 140। इतने अगे आप 140 ਨੂੰ माइनस करना है 940 के विचों, तो अपने को सही जवाब आ जाएगा 800। ऑप्शन नंबर डी इसका सही जवाब है। नैक्सट इसकी मिरर इमेज पूछी इन्होंने, मिरर इमेज इसकी किहड़ी होगी। इधर नूं एरो है तो मिरर इमेज दे विच इधर नूं एरो हो जाएगा, आ ऑप्शन गलत है, ये तिन्ने दे विचों कोई एक होगा। इधर नूं एरो आ तो इसका इधर नूं एरो होगा, तिन्नां दे विच ही है, ठीक है। आ जो यू या बन रहा है इधर नूं है, मिरर दे विच इधर नूं बनेगा, तो आ भी कैंसल, आ भी कैंसल, आ अपना ऑप्शन नंबर डी इसका सही जवाब हो जाएगा। नैक्सट सीरीज़ दे विच रॉन्ग नंबर किहड़ा है वो देखना है। देखो सीरीज़ अपने को 125, 126, 124, 127, 123, 129 की लॉजिक है इहदे विच। देखो 125 तो 124 एक माइनस, 124 दे विच 123 एक माइनस करके, 126 तो 127 एक प्लस, 127 दे विच एक प्लस किया 128 होना चाहिए सी, ना कि 129। तो ऑप्शन नंबर डी इसका सही जवाब है, 129 रॉन्ग नंबर है इसदे विच। ये सी अपने मैथ्स के क्वेश्चन, तो अगे हैं अपने कंप्यूटर के क्वेश्चन। फॉर क्रिएटिंग अ डॉकूमेंट, डॉकूमेंट नूं क्रिएट करने के लिए आप कमांड यूज़ करते हैं फाइल मैन्यू इन MS वर्ड के लिए विद दे विच न्यू। ऑप्शन नंबर सी इसका सही जवाब है। अ डायरैक्टरी विद इन अ डायरैक्टरी इज़ कॉल्ड एज, एक डायरैक्टरी जो किसी होर डायरैक्टरी के विच है उसनूं आपां कहंदे आ सब डायरैक्टरी। ऑप्शन नंबर डी। डिलीटेड डाटा रिमेन्स इन द डिस्क अंटिल द डाटा इज़ ओवर रिटन। ये नहीं है इसका जवाब, इसका जवाब किसका जवाब है जी ऑप्शन नंबर ए। डिलीटेड डाटा रिमेन्स इन द डिस्क, जो डिलीट होया है डाटा डिस्क के विच रहिंदा है जब तक वो ओवर रिटन ना कर दिता जाए, ओवर राइट ना कर दिता जाए। नैक्सट क्वेश्चन, विच ऑफ द फॉलोइंग ग्रुप्स कंसिस्ट ऑफ ओनली इनपुट डिवाइसिस। इनपुट डिवाइसिस किहड़े ने, माउस तो हैगा ही है, कीबोर्ड है तो स्कैनर है, मोनीटर आउटपुट डिवाइस है, प्रिंटर आउटपुट डिवाइस है, प्लॉटर भी आउटपुट डिवाइस है। तो ये तीनों ने इनपुट डिवाइस, माउस कीबोर्ड तो स्कैनर। इनपुट डिवाइस किहड़े हुंदे ने, जो जिस दे नाल आपां डाटा इन करते हैं, इनपुट करते हैं। माउस दे नाल आपां इनपुट करते हैं, कीबोर्ड दे नाल आपां डाटा इन करते हैं, स्कैनर दे नाल भी। द नेम अ यूज़र असाइनस टू अ डॉकूमेंट इज़ कॉल्ड। डॉकूमेंट नूं एक यूज़र नेम असाइन करता है, उसनूं की कहंदे आ फाइल नेम, की कहंदे आ फाइल नेम। द फंक्शन ऑफ CPU, CPU फंक्शन है रीड इंटरप्रेट एंड प्रोसैस द इंफॉर्मेशन एंड इंस्ट्रक्शन। रीड इंटरप्रेट एंड प्रोसैस द इंफॉर्मेशन एंड इंस्ट्रक्शन। टू मूव टू द बिगिनिंग ऑफ अ लाइन प्रैस द डैश की इन MS वर्ड। MS वर्ड दे विच जेकर जिवें आपां ये टाइप किया है इन अ सेंटेंस, इस सेंटेंस दे विच इत्थे अपना करसर है, जे आपां इत्थे करसर लैके आना चाहुंदे हां तां आपां किहड़ी की प्रैस करांगे, होम की, होम की, ठीक है जी। विच ऑफ द फॉलोइंग इज़ नॉट हार्डवेयर ऑफ कंप्यूटर, नॉट हार्डवेयर विंडोज़।
ਮੋਨੀਟਰ ਵੀ ਇੱਕ ਹਾਰਡਵੇਅਰ ਹੈ, ਕੀਬੋਰਡ ਵੀ ਇੱਕ ਹਾਰਡਵੇਅਰ ਮਤਲਬ ਜਿਸ ਨੂੰ ਆਪਾਂ ਟੱਚ ਕਰ ਸਕਦੇ ਹਾਂ। CPU ਵੀ ਇੱਕ ਹਾਰਡਵੇਅਰ ਹੈ। ਵਿੰਡੋ ਇੱਕ ਹਾਰਡਵੇਅਰ ਨਹੀਂ ਹੈ, ਇੱਕ ਸੌਫਟਵੇਅਰ ਹੈ। ਠੀਕ ਹੈ। ਆ ਵੈਬਸਾਈਟਸ ਮੇਨ ਪੇਜ ਵੈਬਸਾਈਟ ਦਾ ਇੱਕ ਮੇਨ ਪੇਜ, ਉਸਨੂੰ ਆਪਾਂ ਕੀ ਕਹਿੰਦੇ ਆ, ਹੋਮ ਪੇਜ ਕਹਿੰਦੇ ਆ। ਵਿਚ ਅਮੰਗ ਦਾ ਫੋਲੋਇੰਗ ਇਜ਼ ਨੋਟ ਦਾ ਵੈਬ ਬਰਾਊਜ਼ਰ ਇਹਨਾਂ ਵਿੱਚੋਂ ਕਿਹੜਾ ਨਹੀਂ ਹੈ? ਓਪੇਰਾ ਵੀ ਇੱਕ ਵੈਬ ਬਰਾਊਜ਼ਰ ਹੈ, ਮੋਜ਼ੀਲਾ ਵੀ ਇੱਕ ਵੈਬ ਬਰਾਊਜ਼ਰ ਹੈ, ਗੂਗਲ ਵੀ, ਲੇਕਿਨ ਨੈਟਸਕੇਪ ਇੱਕ ਵੈਬ ਬਰਾਊਜ਼ਰ ਨਹੀਂ ਹੈ। ਤਾਂ ਆਪਸ਼ਨ ਨੰਬਰ 20 ਦਾ ਸਹੀ ਜਵਾਬ ਹੈ। ਨੈਕਸਟ ਹੈ ਜੀ ਹੁਣ ਪੰਜਾਬੀ ਦੇ ਰਿਲੇਟਿਡ ਕੁਐਸਚਨਸ। ਪੰਜਾਬੀ ਗ੍ਰਾਮਰ ਦੇ ਵੀ ਆਪਾਂ ਤੁਹਾਨੂੰ ਕਰਾ ਰਹੇ ਹਾਂ ਸਵਾਲ, ਜੋ ਵੀ ਇੰਪੋਰਟੈਂਟ ਕੁਐਸਚਨ ਬਣ ਸਕਦੇ ਨੇ। ਜੇਕਰ ਤੁਸੀਂ ਉਹ ਵੀਡੀਓਜ਼ ਨਹੀਂ ਦੇਖੀ ਤਾਂ ਉਹ ਜ਼ਰੂਰ ਦੇਖਿਓ। ਦੇਖੋ ਜੀ ਸਵਾਲ ਹੈ, ਮਾਲੀ ਪੌਦਿਆਂ ਦੀ ਪਨੀਰੀ 'ਤੇ ਪਾਣੀ ਛਿੜਕ ਰਿਹਾ ਹੈ। ਮਾਲੀ ਪੌਦਿਆਂ ਦੀ ਪਨੀਰੀ 'ਤੇ ਪਾਣੀ ਛਿੜਕ ਰਿਹਾ ਹੈ। ਵਾਕ ਵਿੱਚ ਕਿਹੜਾ ਨਾਮ ਨਹੀਂ ਹੈ? ਮਾਲੀ ਵੀ ਇੱਕ ਨਾਮ ਹੈ, ਪਨੀਰੀ ਵੀ ਇੱਕ ਨਾਮ ਹੈ, ਪਾਣੀ ਵੀ ਇੱਕ ਨਾਮ ਹੈ, ਲੇਕਿਨ ਛਿੜਕ ਇੱਕ ਕਿਰਿਆ ਹੈ। ਕੀ ਹੈ? ਕਿਰਿਆ। ਤਾਂ ਇਸ ਦਾ ਸਹੀ ਜਵਾਬ ਹੈ ਆਪਸ਼ਨ ਨੰਬਰ ਡੀ, ਛਿੜਕ। ਨਾਗਪੁਰ ਬਹੁਤ ਪੁਰਾਣਾ ਸ਼ਹਿਰ ਹੈ। ਵਾਕ ਵਿੱਚ ਨਾਗਪੁਰ ਅਤੇ ਸ਼ਹਿਰ ਨਾਮ ਕਿਸ ਵਰਗ ਨਾਲ ਸੰਬੰਧਿਤ ਹੈ? ਨਾਗਪੁਰ ਤਾਂ ਇੱਕ ਖਾਸ ਨਾਮ ਹੈ ਅਤੇ ਸ਼ਹਿਰ ਇੱਕ ਆਮ ਨਾਮ ਹੈ। ਆਪਸ਼ਨ ਨੰਬਰ ਸੀ ਇਸ ਦਾ ਸਹੀ ਜਵਾਬ ਹੈ। ਟਿੱਲਾ ਹੇਠ ਲਿਖਿਆਂ ਵਿੱਚੋਂ ਕਿਸ ਸ਼੍ਰੇਣੀ ਨਾਲ ਸੰਬੰਧਿਤ ਸ਼ਬਦ ਹੈ? ਇਹ ਇੱਕ ਵਚਨ ਸ਼ਬਦ ਅਤੇ ਇਹ ਪੁਲਿੰਗ ਸ਼ਬਦ ਹੈ। ਠੀਕ ਹੈ ਜੀ। ਹੇਠ ਲਿਖਿਆਂ ਵਿੱਚੋਂ ਨਿਕਟਵਰਤੀ ਨਿਸ਼ਚੈਵਾਚਕ ਪੜ੍ਹਨਾਂਵ ਕਿਹੜਾ ਹੈ? ਨਿਕਟਵਰਤੀ ਨਿਸ਼ਚੈਵਾਚਕ। ਇਸ ਤਰ੍ਹਾਂ ਦੇ ਸਾਰੇ ਸਵਾਲ ਆਪਾਂ ਤੁਹਾਨੂੰ ਕਰਾ ਰਹੇ ਹਾਂ ਵੀਡੀਓਜ਼ ਦੇ ਵਿੱਚ। ਜੇਕਰ ਤੁਸੀਂ ਉਹ ਵੀਡੀਓਜ਼ ਨਹੀਂ ਦੇਖੀਆਂ ਤਾਂ ਜ਼ਰੂਰ ਦੇਖਿਓ। ਨਿਕਟਵਰਤੀ ਨਿਸ਼ਚੈਵਾਚਕ ਪੜ੍ਹਨਾਂਵ ਹੈ ਆਹ, ਉਹ ਆਪਾਂ ਦੂਰਵਰਤੀ ਨਿਸ਼ਚੈਵਾਚਕ ਪੜ੍ਹਨਾਂਵ ਦੇ ਵਿੱਚ ਆ ਜਾਂਦਾ ਹੈ। ਠੀਕ ਹੈ ਜੀ। ਨੈਕਸਟ, ਤੁਸੀਂ ਆਪ ਇਹ ਸਾਰਾ ਕੰਮ ਸਿਰੇ ਚੜਾਇਆ। ਵਾਕ ਵਿੱਚ ਤੁਸੀਂ ਸ਼ਬਦ ਕਿਸ ਨਾਲ ਸੰਬੰਧਿਤ ਹੈ? ਤੁਸੀਂ ਸ਼ਬਦ ਪੁਰਖਵਾਚਕ ਪੜ੍ਹਨਾਂਵ ਹੈ ਅਤੇ ਮੱਧਮ ਪੁਰਖ ਹੈ। ਠੀਕ ਹੈ ਜੀ। ਪੁਰਖਵਾਚਕ ਪੜ੍ਹਨਾਂਵ ਅਤੇ ਮੱਧਮ ਪੁਰਖ। ਕਿਹੜਾ ਜੁੱਟ ਮੱਧਮ ਪੁਰਖ ਦਾ ਇੱਕ ਵਚਨੀ ਰੂਪ ਹੈ? ਕਿਹੜਾ ਜੁੱਟ ਮੱਧਮ ਪੁਰਖ ਦਾ ਇੱਕ ਵਚਨੀ ਤੂੰ ਤੇ ਤੇਰਾ। ਆਪਸ਼ਨ ਨੰਬਰ ਡੀ। ਜਿਹੜੇ ਸ਼ਬਦ ਪੜ੍ਹਨਾਂਵ ਵੀ ਹੋਣ ਅਤੇ ਕਿਸੇ ਨਾਮ ਨਾਲ ਜੁੜ ਕੇ ਵਿਸ਼ੇਸ਼ਣ ਦਾ ਕੰਮ ਵੀ ਕਰਦੇ ਹੋਣ, ਉਹਨਾਂ ਨੂੰ ਕਿਹੜਾ ਵਿਸ਼ੇਸ਼ਣ ਕਿਹਾ ਜਾਂਦਾ ਹੈ? ਉਹਨਾਂ ਨੂੰ ਪੜ੍ਹਨਾਂਵੀ ਵਿਸ਼ੇਸ਼ਣ ਕਿਹਾ ਜਾਂਦਾ ਹੈ। ਹੇਠ ਲਿਖਿਆਂ ਵਿੱਚੋਂ ਕਿਹੜਾ ਸ਼ਬਦ ਵਿਸ਼ੇਸ਼ਣ ਦੇ ਤੌਰ 'ਤੇ ਵਰਤਿਆ ਜਾਂਦਾ ਹੈ ਜਾਂ ਵਰਤਿਆ ਜਾ ਸਕਦਾ ਹੈ? ਖਚਰਾ। ਠੀਕ ਹੈ ਜੀ, ਖਚਰਾ। ਮਨਪ੍ਰੀਤ ਨੇ ਕਿਤਾਬ ਦਾ ਸਾਰਾ ਮੁੱਖ ਬੰਦ ਪੜ੍ਹਿਆ। ਵਾਕ ਵਿੱਚ ਕਿਰਿਆ ਹੈ ਪੜ੍ਹਿਆ। ਜੋ ਆਪਾਂ ਕੰਮ ਕਰਦੇ ਹਾਂ, ਪੜ੍ਹਨਾ, ਲਿਖਣਾ, ਖੇਡਣਾ, ਇਹ ਹੁੰਦੀ ਹੈ ਕਿਰਿਆ। ਠੀਕ ਹੈ ਜੀ। ਤਾਂ ਵਾਕ ਦੇ ਵਿੱਚ ਕਿਰਿਆ ਕਿਹੜੀ ਹੈ? ਪੜ੍ਹਿਆ। ਰਾਮ ਤੀਰਥ ਸ਼ਾਮ 7 ਵਜੇ ਤੱਕ ਮੇਰੇ ਕੋਲ ਪਹੁੰਚ ਜਾਵੇਗਾ। ਵਾਕ ਵਿੱਚ ਸ਼ਾਮ 7 ਵਜੇ ਕੀ ਹੈ? ਇਹ ਇੱਕ ਕਾਲਵਾਚਕ ਕਿਰਿਆ ਵਿਸ਼ੇਸ਼ਣ ਹੈ। ਕਾਲਵਾਚਕ ਕਿਰਿਆ ਵਿਸ਼ੇਸ਼ਣ। ਭਾਵੇਂ ਉਹ ਬਿਮਾਰ ਸੀ ਫਿਰ ਵੀ ਕੰਮ ਕਰਦਾ ਰਿਹਾ ਤਾਂ ਜੋ ਘਰ ਦਾ ਰੋਟੀ ਟੁੱਕ ਚੱਲਦਾ ਰਹੇ। ਵਾਕ ਵਿੱਚ ਯੋਜਕ ਕਿਹੜੇ ਕਿਹੜੇ ਨੇ? ਭਾਵੇਂ ਆ, ਫਿਰ ਵੀ ਅਤੇ ਤਾਂ ਜੋ। ਠੀਕ ਹੈ ਜੀ। ਹੇਠ ਲਿਖੇ ਸ਼ਬਦਾਂ ਸਮੂਹ ਵਿੱਚੋਂ ਕਿਹੜਾ ਸ਼ਬਦ ਜੋੜਾ ਪੱਖੋਂ ਸਹੀ ਹੈ? ਜੇਲਮ, ਸਹਿਰਾ ਅਤੇ ਦੁਸ਼ਮਣ। ਆਪਸ਼ਨ ਨੰਬਰ ਬੀ। ਹੇਠ ਲਿਖਿਆਂ ਵਿੱਚੋਂ ਮਿਸ਼ਰਿਤ ਵਾਕ ਚੁਣੋ। ਮਿਸ਼ਰਿਤ ਵਾਕ ਕਿਹੜਾ ਹੈ? ਜੇ ਭੁੱਖ ਲੱਗ ਜਾਂਦੀ ਤਾਂ ਉਸਨੇ ਰੋਟੀ ਖਾ ਲੈਣੀ ਸੀ। ਆਪਸ਼ਨ ਨੰਬਰ ਸੀ। ਫਿੱਟ ਜਾਣਾ ਮੁਹਾਵਰੇ ਦਾ ਅਰਥ ਹੈ ਜੀ ਹੰਕਾਰ ਹੋ ਜਾਣਾ। ਫਿੱਟ ਜਾਣਾ, ਹੰਕਾਰ ਹੋ ਜਾਣਾ। ਨੈਕਸਟ ਹੈ ਜੀ ਹੁਣ ਇੰਗਲਿਸ਼ ਦੇ ਰਿਲੇਟਿਡ ਕੁਐਸਚਨਸ। ਆਪਾਂ ਨੂੰ 86 ਅਤੇ 87 ਦੇ ਲਈ ਇੰਸਟਰਕਸ਼ਨਸ ਦਿੱਤੀਆਂ ਨੇ। ਕੀ ਹੈ ਉਹ ਦੇਖੋ। ਰੀਡ ਈਚ ਸੈਂਟੈਂਸ ਟੂ ਫਾਈਂਡ ਆਊਟ ਦਾ ਐਰਰ ਫਾਈਂਡ ਆਊਟ ਕਰਨਾ ਆਪਾਂ। ਸਿੰਪਲ ਹੈ। ਕੁਐਸਚਨ ਹੈ, ਵਿਸ਼ਨੂੰ ਵਾਜ਼ ਟਰਾਈਂਗ ਟੂ ਪਾਸ ਥਰੂ ਦਾ ਗੈਪ ਔਨ ਦਾ ਫੈਂਸ ਵੈਨ ਹੀ ਟੋਰ ਹਿਜ਼ ਸ਼ਰਟ। ਔਨ ਦਾ ਨਹੀਂ, ਗੈਪ ਇਨ ਦਾ ਫੈਂਸ ਆਵੇਗਾ। ਆਪਸ਼ਨ ਨੰਬਰ ਬੀ ਦੇ ਵਿੱਚ ਗਲਤੀ ਹੈ, ਇੱਥੇ ਔਨ ਦੀ ਜਗ੍ਹਾ ਇਨ ਆਵੇਗਾ। ਠੀਕ ਹੈ। Foolishly, Meena threw some water on the electric heater when it catches fire and she got a shock. ਦੇਖੋ ਜੀ, ਮੀਨਾ ਥ੍ਰਿਊ ਇਹ ਵੀ ਇੱਕ ਪਾਸਟ ਫਾਰਮ ਹੈ। ਉਸ ਤੋਂ ਬਾਅਦ she got ਇਹ ਵੀ ਇੱਕ ਪਾਸਟ ਫਾਰਮ ਹੈ, ਲੇਕਿਨ ਇੱਥੇ catches fire ਇੱਥੇ ਪ੍ਰੈਜ਼ੈਂਟ ਇੰਡੈਫੀਨਿਟ ਲਗਾਇਆ ਹੋਇਆ। ਤਾਂ ਇੱਥੇ ਵੀ ਆਪਾਂ caught ਲਿਖਾਂਗੇ, CAUGHT caught। ਆਪਸ਼ਨ ਨੰਬਰ ਸੀ ਇਸ ਦਾ ਸਹੀ ਜਵਾਬ ਹੈ। ਇਸ ਤੋਂ ਬਾਅਦ 89 ਦੇ ਲਈ ਇੰਸਟਰਕਸ਼ਨਸ ਕੀ ਹੈ?
ਗ੍ਰਾਮੈਟੀਕਲ ਕਰੈਕਟ ਦੱਸਣਾ ਆਪਾਂ ਜੋ ਅੰਡਰਲਾਈਨ ਕੀਤਾ ਹੋਇਆ। ਦ ਡਰਾਈਵਰ ਡਿਡੰਟ ਐਕਸੀਡ ਐਟ ਦ ਡਿਮਾਂਡ ਆਫ ਦ ਪੀਪਲ ਐਜ਼ ਹੀ ਵਾਜ਼ ਅਵੇਅਰ ਆਫ ਦ ਰਿਸਕ ਇਨਵੋਲਵਡ ਇਨ ਇਟ। ਐਕਸੀਡ ਦੇ ਨਾਲ ਟੂ ਪ੍ਰੈਪੋਜੀਸ਼ਨ ਲਗਾਉਂਦੇ ਨਾ ਕਿ ਐਟ। didn't exceed to the demand, option number D सही जवाब। 2 is his actions were severe criticism, he didn't lose his temper। 2 his actions were severely criticized, ਇੱਥੇ ਆਪਾਂ ਨੂੰ verb ਚਾਹੀਦੀ ਹੈ ਨਾ ਕਿ noun, ਤਾਂ were severely criticized, option number A ਦਾ ਸਹੀ ਜਵਾਬ ਹੋ ਜਾਵੇਗਾ। 90 ਤੇ 91 ਦੇ ਲਈ ਇੰਸਟਰਕਸ਼ਨਸ ਕੀ ਹੈ ਦੇਖੀਏ। ਇਸ ਦੇ ਵਿੱਚ ਆਪਾਂ ਨੂੰ ਕਿਹਾ ਕਿ ਫਿਲ ਇਨ ਦਾ ਬਲੈਂਕਸ ਦੇ ਵਿੱਚ ਕੀ ਫਿਲ ਕਰਨਾ ਹੈ ਉਹ ਦੇਖਣਾ ਆਪਾਂ। ਡੂ ਯੂ ਨੋ ਵੇਅਰ ਸ਼ੀ ਕਮਜ਼ ਫਰੋਮ, ਆਪਸ਼ਨ ਨੰਬਰ ਏ ਇਸ ਦਾ ਸਹੀ ਜਵਾਬ ਹੋ ਜਾਵੇਗਾ। ਦ ਫੈਮਿਲੀ ਗੇਵ ਫਾਦਰ ਅ ਗੋਲਡ ਵਾਚ ਔਨ ਦ ਓਕੇਜ਼ਨ ਆਫ ਹਿਜ਼ 50th ਬਰਥਡੇ, ਆਪਸ਼ਨ ਨੰਬਰ ਸੀ ਇਸ ਦਾ ਸਹੀ ਜਵਾਬ ਹੋ ਜਾਵੇਗਾ। ਕਰੈਕਟਲੀ ਸਪੈਲਡ ਵਰਡ ਕਿਹੜਾ ਹੈ, ਮੈਸੇਕਰ। ਕਰੈਕਟਲੀ ਸਪੈਲਡ ਕਿਹੜੇ ਵਰਡ ਦੇ ਸਪੈਲਿੰਗ ਕਰੈਕਟ ਨੇ, ਆਪਸ਼ਨ ਨੰਬਰ ਡੀ ਮੈਸੇਕਰ। ਇਨਵਾਇਸ, ਆਪਸ਼ਨ ਨੰਬਰ ਸੀ ਇਨਵਾਇਸ ਦੇ ਸਪੈਲਿੰਗ ਸਹੀ ਨੇ ਇਹਨਾਂ ਚਾਰਾਂ ਆਪਸ਼ਨਾਂ ਦੇ ਵਿੱਚ। 94 ਤੇ 95 ਦੇ ਵਿੱਚ ਆਪਾਂ ਨੂੰ ਕਿਹਾ ਇਹਨਾਂ ਨੇ ਸਿਲੈਕਟ ਦਾ ਪੇਅਰ ਆਫ ਵਰਡਸ ਆਇਡੈਂਟੀਕਲ ਟੂ ਦਾ ਪੇਅਰ ਗਿਵਨ ਇਨ ਕੁਐਸਚਨ। ਜੈਨੂਇਨ ਦੇ ਨਾਲ ਰਿਲੇਸ਼ਨ ਹੈ ਜੀ ਸਿਮੂਲੇਟਡ ਦਾ, ਅਨਅਫੈਕਟਡ ਦੇ ਨਾਲ ਰਿਲੇਸ਼ਨ ਕਿਸ ਦਾ ਹੋਵੇਗਾ, ਬੋਮਬਾਸਟਿਕ। ਇਹ ਇਜ਼ ਦਾ ਐਂਟੋਨਮ ਹੈ ਜੈਨੂਇਨ ਤੇ ਸਿਮੂਲੇਟਡ। ਅਨਅਫੈਕਟਡ ਦਾ ਐਂਟੋਨਮ ਕੀ ਹੋ ਜਾਏਗਾ, ਬੋਮਬਾਸਟਿਕ। ਐਕਟਰ ਸਟੇਜ 'ਤੇ ਪਰਫੋਰਮ ਕਰਦਾ ਤੇ ਰੋਸਟਰਮ ਓਰੇਟਰ ਪਰਫੋਰਮ ਕਰਦਾ ਰੋਸਟਰਮ। 96 97 ਦੇ ਲਈ ਹੈ ਆਪਣੇ ਕੋਲ ਇੰਸਟਰਕਸ਼ਨਸ। ਉਸ ਦੇ ਵਿੱਚ ਆਪਾਂ ਕੱਢਣਾ ਹੈ ਕਿ ਨੀਅਰੈਸਟ ਇਨ ਦਾ ਮੀਨਿੰਗ, ਜੋ ਆਪਣੇ ਕੋਲ ਅੰਡਰਲਾਈਨ ਕੀਤਾ ਇਸ ਦਾ ਨੀਅਰੈਸਟ ਮੀਨਿੰਗ ਆਪਾਂ ਦੱਸਣਾ। ਇਨ ਸਪਾਈਟ ਆਫ ਦ ਬੈਸਟ ਐਫਰਟਸ ਦ ਆਫਿਸਰ ਕੁਡ ਨਾਟ ਰਿਡੀਮ ਹਿਜ਼ ਪ੍ਰੈਸਟੀਜ, ਰਿਕਵਰ ਹਿਜ਼ ਪ੍ਰੈਸਟੀਜ। ਰਿਡੀਮ ਦਾ ਮਤਲਬ ਹੈ ਰਿਕਵਰ ਕਰਨਾ। ਦੇयर इज़ अबंडेंट सप्लाई, अबंडेंट मतलब प्लेंटीफुल, ऑप्शन नंबर बी बहुत ज़्यादा, काफ़ी ज़्यादा। 98 ਤੇ 99 ਦੇ ਲਈ ਇੰਸਟਰਕਸ਼ਨਸ ਕੀ ਹੈ, ਆਈਡੀਅਮਸ ਫਰੇਜ਼ਿਸ ਆਪਾਂ ਲੱਭਣੇ ਨੇ। ਔਨ ਦਾ ਸਪਰ ਆਫ ਦਾ ਮੂਮੈਂਟ ਮਤਲਬ ਐਟ ਵਾਂਸ ਔਰ ਵਿਦਾਊਟ ਐਨੀ ਕਾइंड ऑफ ਡੈਲੀਬਰੇਸ਼ਨ, ऑप्शन नंबर ए। टू स्नैप वंस फिंगर एट टू गिव द चैलेंज, किसी ਨੂੰ ਚੈलेंज ਦੇਣਾ। लास्ट क्वेश्चन, चूज द वर्ड विच इज़ ऑपोजिट इन मीनिंग एज द गिवन वर्ड। कन्फेस द इंटोनम की हो जाएगा कंसीड, ऑप्शन नंबर सी। ठीक है जी, तो ये सी अज की अपनी वीडियो। आई होप कि तुहानूं चंगी लगी होगी। जेकर कोई डाउट है तुसीं कमेंट करके दस सकते हो। अज की वीडियो आप इत्थे खत्म करते हैं। धन्यवाद।